ਹਰੇਕ ਦਾ ਸੁਪਨਾ ਹੁੰਦਾ ਚਾਹੇ ਪਿੰਡ ਦੇ ਹੈ ਚਾਹੇ ਸ਼ਹਿਰ ਦੇ ਉਹਨਾਂ ਦਾ ਇੱਕ ਸੁਪਨਾ ਹੁੰਦਾ ਕਿ ਆਪਾਂ ਹਵਾਈ ਜਹਾਜ਼ ਦੀ ਸੈਰ ਕਰੀਏ। ਲੇਕਿਨ ਤੁਸੀਂ ਸੁਪਨਾ ਚੁਣਿਆ ਸੀਗਾ ਉਹ ਸੀਗਾ ਕਿ ਹਵਾਈ ਜਹਾਜ਼ ਉਸੇ ਹਵਾਈ ਜਹਾਜ਼ ਨੂੰ ਉਡਾਇਆ ਜਾਵੇ। ਇਹ ਤਾਂ ਜੀ ਬਚਪਨ ਤੋਂ ਹੀ ਜਦੋਂ ਹਨਾ ਵੀ ਪੰਛੀ ਉੱਡਦੇ ਦੇਖਣਾ ਜਾਂ 에ਅਰਕ੍ਰਾਫਟ ਉੱਡਦੇ ਦੇਖਣਾ ਸੋ ਉਦੋਂ ਮਨ ਦੇ ਵਿੱਚ ਆ ਗਿਆ ਕਿ ਮੈਂ ਪਾਇਲਟ ਹੀ ਬਣਨਾ ਹੈਗਾ। ਸੋ ਉਦੋਂ ਬਸ ਉਸ ਤੋਂ ਫਿਰ ਲਾਈਕ 20% ਕੰਮ ਤਾਂ ਮੇਰਾ ਉਹਦੀ ਡਨ ਹੋ ਗਿਆ ਜਦੋਂ ਮੈਂ ਡਿਸਾਈਡ ਕਰ ਲਿਆ ਕਿ ਮੈਂ ਹੁਣ ਪਾਇਲਟ ਬਣਨਾ ਹੈਗਾ। ਸੋ ਡੈਡ ਨੂੰ ਪਤਾ ਸੀ ਪਟਿਆਲਾ ਐਵੀਏਸ਼ਨ ਇੱਥੇ ਕਲੱਬ ਹੈ ਤਾਂ ਆਪਾਂ ਉੱਥੇ ਜੁਆਇਨਿੰਗ ਕਰਵਾ ਦਿੰਦੇ ਹਾਂ। ਉੱਥੇ ਮੈਂ ਐਡਮਿਸ਼ਨ ਕਰਵਾਈ। ਸੋ ਉੱਥੇ ਮੈਂ ਫਿਰ 50 ਆਵਰਸ ਫਲਾਈ ਕੀਤਾ। ਫਲਾਈ ਕਰਨ ਤੋਂ ਬਾਅਦ ਉੱਥੇ ਥੋੜ੍ਹੀ ਜਿਹੀ ਨੌਲੇਜ ਆਈ। ਫਿਰ ਜਿਵੇਂ ਕੋਚਿੰਗ ਲਈ ਜਿਵੇਂ ਵੱਧਦੇ ਗਏ ਉਵੇਂ ਵੀ ਅਵੇਅਰਨੈਸ ਹੈ ਨਾ ਵੀ ਅਵੇਅਰਨੈਸ ਹੁੰਦੇ ਗਏ ਵੀ ਕੀ ਕਰਨਾ ਅੱਗੇ। ਸੋ ਇੱਦਾਂ ਜਰਨੀ ਰਹੀ ਮੇਰੀ। ਜਦੋਂ ਹੁਣ ਮੈਂ ਬੈਠ ਕੇ ਸੋਚਦੀ ਹਾਂ ਹੈ ਨਾ ਹੁਣ ਮੈਨੂੰ ਲੱਗਦਾ ਕਿ ਹਾਂ ਮੈਂ ਕਾਫੀ ਸਟਰਗਲ ਕੀਤੀ ਆ ਬਟ ਉਸ ਟਾਈਮ 'ਤੇ ਨਹੀਂ ਲੱਗਦਾ ਕਿ ਸਟਰਗਲ ਕਰ ਰਹੀ ਸੀ ਮੈਂ। ਜਦੋਂ ਉਸ ਟਾਈਮ 'ਤੇ ਸਟਰਗਲ ਲੱਗਣ ਲੱਗਦਾ ਸ਼ਾਇਦ ਨਾ ਕਰ ਪਾਉਂਦੀ। ਦਾਦਾ ਜੀ ਦਾ ਬੜਾ ਹੀ ਸਪੋਰਟ ਰਹੇਗਾ ਮੇਰੇ ਲਈ। ਸੋ ਉਹ ਜਦੋਂ ਵੀ ਮੈਂ ਉਹਨਾਂ ਨੇ ਕਿਹਾ ਮੈਂ ਪਾਇਲਟ ਬਣਨਾ ਤਾਂ ਉਹਨਾਂ ਨੇ ਵੀ ਕਹਿਣਾ ਹਾਂ ਹਾਂ। ਔਰ ਡੈਡ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਇਹਨੇ ਜੋ ਕਿਹਾ ਨਾ ਇਹਨੂੰ ਬਣਾਉਣਾ ਹੀ ਬਣਾਉਣਾ ਹੈਗਾ। ਉਸ ਟਾਈਮ ਨੋਰਮਲੀ ਤਾਂ ਉਹਨੇ ਜ਼ਿਆਦਾ ਇੰਨਾ ਨਹੀਂ ਅਵੇਅਰ ਇੰਨਾ ਯਾਦ ਨਹੀਂ ਆਉਂਦਾ ਸੀ ਪਰ ਕੋਈ ਵੀ ਜੇ ਦਾਦਾ ਜੀ ਨੂੰ ਮਿਲਣ ਆਉਂਦੇ ਉਹਨਾਂ ਨੇ ਇੱਕ ਗੱਲ ਹਮੇਸ਼ਾ ਕਹਿਣੀ ਉਹ ਜਿਹੜੀ ਕੁੜੀ ਹੈ ਨਾ ਉਹ ਜਹਾਜ਼ ਉਡਾ ਲੈਂਦੀ। ਉਹਨਾਂ ਨੇ ਮੇਰੀ ਗੱਲ ਪੂਰੀ ਬੜੀ ਮਾਣ ਨਾਲ ਦੱਸਣੀ। ਮੈਨੂੰ ਹੁਣ ਬੜਾ ਫੀਲ ਵੀ ਹੁੰਦਾ ਜੇ ਦਾਦਾ ਜੀ ਹੁੰਦੇ ਆ ਨਾ ਵੀ ਉਹਨਾਂ ਨੇ ਕਿੰਨਾ ਖੁਸ਼ ਹੋਣਾ ਸੀਗਾ। ਜਿੱਦਾਂ ਇਹਨੂੰ ਜੋਬ ਮਿਲੀ ਹੈ ਜੀ ਸਾਨੂੰ ਤਾਂ ਉਦੋਂ ਦੀ ਖੁਸ਼ੀ ਹੈ ਜੀ ਜਦੋਂ ਜੋਬ ਮਿਲ ਗਈ ਹੈ। ਸਾਰਾ ਪਿੰਡ ਹੀ ਕਰਦਾ ਪਿੰਡ ਖੁਸ਼ ਹੈ ਜੀ ਸਾਡਾ ਇਲਾਕਾ ਵੀ ਖੁਸ਼ ਹੈ ਜੀ। ਸਾਰਾ ਕੱਲ੍ਹ 2 MLA ਸਾਹਿਬ ਆਏ ਸੀ ਖੁਸ਼ੀ 'ਚ ਉਹਨਾਂ ਨੇ ਵੀ ਖੁਸ਼ੀ ਮਨਾਈ ਵੀ ਸਾਡੇ ਪਿੰਡਾਂ 'ਚੋਂ ਨਿਕਲ ਕੇ ਇੱਕ ਲੜਕੀ ਪਾਇਲਟ ਬਣੀ ਹੈ ਜੀ। ਚੀਜ਼ਾਂ ਦਾ ਤਾਂ ਫਰਕ ਬਹੁਤ ਜ਼ਿਆਦਾ ਹੀ ਆ। ਹੁਣ ਮੈਂ ਐਡਜਸਟ ਵੀ ਨਹੀਂ ਕਰ ਪਾ ਰਹੀ ਕਿਉਂਕਿ ਜਦੋਂ ਮੈਂ ਪਿੰਡ ਆਉਂਦੀ ਹਾਂ ਪਿੰਡ ਦਾ ਮਾਹੌਲ ਡਿਫਰੈਂਟ ਆ। ਉਹ ਉੱਥੇ ਜਾਣੀ ਉਹ ਤਾਂ ਮਾਹੌਲ ਮੈਂ ਅੱਧ ਵਿਚਾਲੇ 'ਚ ਫਿਰਦੇ ਆ। ਛੋਟੀ ਸੀ ਜਦੋਂ ਪੜ੍ਹਦੀ ਹੁੰਦੀ ਸੀ ਉਦੋਂ ਤਾਂ ਨਹੀਂ ਪਤਾ ਹੁੰਦਾ ਸੀ ਕਿ ਜਹਾਜ਼ ਨਹੀਂ ਜੀ ਉਦੋਂ ਕਹਿੰਦੀ ਹੁੰਦੀ ਸੀ ਮੈਂ ਉਦੋਂ ਪਾਇਲਟ ਤਾਂ ਜਾਣਦੇ ਨਹੀਂ। ਉਦੋਂ ਕਹਿੰਦੀ ਮੈਂ ਜਹਾਜ਼ ਚਲਾਇਆ ਕਰੂੰਗਾ ਤੇ ਕਹਿੰਦੀ ਮੈਂ ਜਹਾਜ਼ ਚਲਾਇਆ ਕਰੂੰਗੀ ਜਹਾਜ਼। ਅਸੀਂ ਕਹਿੰਦੇ ਦੇਖੋ ਹਾਂਜੀ 5-4 ਸਾਲਾਂ ਦੀ 7 ਸਾਲਾਂ ਦੀ ਹੋਊਗੀ ਜਦੋਂ ਆਉਂਦੇ ਜਹਾਜ਼ ਚਲਾਇਆ ਕਰੂੰਗੇ। ਅਸੀਂ ਕਿਹਾ ਚਲੋ ਜਦੋਂ ਹੋਊਗੀ 10-15 ਸਾਲ ਦੀ ਵੇਖੋ ਚਲਾਊ ਕਿ ਨਾ ਚਲਾਊ। ਪਰ ਉਹਨੇ ਆਪਦਾ ਸੁਪਨਾ ਸੱਚ ਕਰਕੇ ਦਿਖਾਤਾ ਜੀ। ਤੇ ਫਿਰ ਕੀ ਹੈ ਕਿੱਥੋਂ ਤੱਕ ਉਡਾਣ ਹੋਣੀ? ਹਾਂਜੀ ਮਤਲਬ ਲਾਈਕ ਮੈਂ ਹੁਣ 에ਅਰ ਏਸ਼ੀਆ ਇੰਡੀਆ ਦੇ ਵਿੱਚ ਆ ਕੰਪਨੀ ਦੇ ਵਿੱਚ ਆ। ਸੋ ਡੋਮੈਸਟਿਕ ਓਪਰੇਟ ਕਰਦੀ ਹੈ। ਸੋ ਮੈਂ ਓਵਰਆਲ ਕਹਿ ਦਈਏ ਕਿ ਸਾਰੇ ਸਟੇਟਸ 'ਚ ਓਪਰੇਟ ਕਰ ਰਹੇ ਹਾਂ। ਜਿਵੇਂ ਹੋ ਗਿਆ ਗੁਹਾਟੀ ਬਾਗਡੋਗਰਾ ਦਿੱਲੀ ਰਾਂਚੀ ਕੋਚੀਨ ਕੋਲਕਾਤਾ। ਸੋ ਹਰ ਕਿਤੇ ਫਲਾਈਟਸ ਲੈ ਕੇ ਫਿਕਸਡ ਰੂਟ ਨਹੀਂ ਹੈਗਾ ਕਿ ਇੱਕੋ ਰੂਟ ਲੈ ਕੇ ਜਾਣਾ। ਸੋ ਆਲ ਓਵਰ ਆਪਾਂ ਇੰਡੀਆ 'ਚ। ਕਿਵੇਂ ਲੱਗਦਾ ਕਿਵੇਂ ਹੈ ਜੀ ਉੱਪਰੋਂ ਜਿਹੜਾ ਹੈ? ਨਹੀਂ ਹੁਣ ਤਾਂ ਐਕਚੁਅਲੀ ਬਹੁਤ ਜ਼ਿਆਦਾ ਫਲਾਈ ਕਰ ਲਿਆ। ਸੋ ਮਤਲਬ ਟ੍ਰੇਨਿੰਗ ਦੇ ਟਾਈਮ ਵੀ ਆਲਸੋ ਤਾਂ ਲਾਈਕ ਜਿਹੜੇ ਪਾਇਲਟ ਹੁੰਦੇ ਉਹਨਾਂ ਤੋਂ ਕਾਮਨ ਜਿਹਾ ਲੱਗਣ ਲੱਗ ਜਾਂਦਾ ਵੀ ਜਿਵੇਂ ਗਰਾਊਂਡ 'ਤੇ ਉਵੇਂ ਹਵਾ ਦੇ ਵਿੱਚ ਆ। ਅਤੇ ਆਪਾਂ ਕਹਦੇ ਕਾਰ ਵੀ ਹੈ ਨਾ ਵੀ ਕਾਰ 'ਚ ਧਿਆਨ ਤਾਂ ਕਾਰ 'ਚ ਵੀ ਚਲਾਉਣਾ ਲੱਗਣਾ ਪੈਂਦਾ ਹੈ ਨਾ। ਸੋ 에ਅਰਕ੍ਰਾਫਟ ਦੇ ਵਿੱਚ ਥੋੜ੍ਹਾ ਆਪਾਂ ਕਹਦੇ ਕਿ ਥੋੜ੍ਹਾ ਜ਼ਿਆਦਾ ਧਿਆਨ ਲਾਉਣਾ ਪੈਂਦਾ ਹੈਗਾ ਕਿ 180% ਤੁਸੀਂ ਇਕੱਠੇ ਲੈ ਕੇ ਜਾ ਰਹੇ ਹੋ ਤਾਂ ਹਰ ਇੱਕ ਕੰਮ 'ਚ ਲਾਈਕ ਫੋਕਸ ਤਾਂ ਇੰਪੋਰਟੈਂਟ ਹੈਗੇ ਆ। ਸਾਡਾ ਬੈਸਟ ਇਸ ਲਾਈਨ ਇਸ ਪ੍ਰੋਫੈਸ਼ਨ ਦੀ ਇਹੀ ਗੱਲ ਹੈ ਕਿ ਇਹਦੇ ਵਿੱਚ ਕੁੜੀ ਮੁੰਡਾ ਨਹੀਂ ਜੱਜ ਕੀਤਾ ਜਾਂਦਾ। ਤੁਸੀਂ ਕੁੜੀਓ ਇਸ ਚੀਜ਼ ਕਰਕੇ ਨਹੀਂ ਇੰਪੋਰਟੈਂਸ ਮਿਲੂਗੀ ਜਾਂ ਤੁਸੀਂ ਮੁੰਡੇ ਇਸ ਕਰਕੇ ਨਹੀਂ। ਅਗਰ ਤੁਸੀਂ ਲਾਈਕ ਉਸ ਚੀਜ਼ ਲਈ ਕੁਆਲੀਫਾਈਡ ਹੋ ਤੁਸੀਂ ਲਾਈਕ ਪ੍ਰੋਪਰ ਹੈਗੇ ਹੋ ਤਾਂ ਹੀ ਤੁਹਾਨੂੰ ਜੋਬ ਮਿਲੂਗੀ। ਸੋ ਇਹਦੇ ਵਿੱਚ ਕੋਈ ਇੱਦਾਂ ਦਾ ਕੁੜੀ ਮੁੰਡੇ ਦਾ ਕੋਈ ਐ ਨਹੀਂ ਹੈਗਾ ਡਿਸਕ੍ਰਿਮੀਨੇਟ ਨਹੀਂ ਕਰਦੇ। ਸਿੱਖਣ ਨੂੰ ਵੀ ਆਪਾਂ ਕਹਿ ਦਈਏ ਔਨਲਾਈਨ ਤੁਸੀਂ ਬਹੁਤ ਸਾਰੀ ਚੀਜ਼ਾਂ ਘਰੇ ਬੈਠ ਕੇ ਸਿੱਖ ਸਕਦੇ ਹੋ। ਹੁਣ ਉਹ ਆਪਣੇ 'ਤੇ ਆਪਾਂ ਕੀ ਐਜੂਕੇਸ਼ਨ ਲੈਣੀ ਹੈ ਜਾਂ ਕੀ ਚੀਜ਼ ਦੇਖਣੀ ਹੈ ਜਾਂ ਕੀ ਚੀਜ਼ ਸਿੱਖਣੀ ਆ। ਜੇਕਰ ਕੋਈ ਲੜਕੀਆਂ ਹੈਗੀਆਂ ਇਸ ਫੀਲਡ 'ਚ ਜਾਣਾ ਚਾਹੁੰਦੀਆਂ ਤਾਂ ਮਤਲਬ ਕਿੱਥੋਂ ਹੋ ਸਕਦੀ ਹੈ ਤਿਆਰੀ ਕਿਵੇਂ ਹੋ ਸਕਦੀ ਹੈ ਜਾਂ ਜਿਹੜਾ ਫਸਟ ਸਟੈਪ ਆਪਾਂ ਕਿੱਥੋਂ ਕਰ ਸਕਦੇ? ਕਿ 에ਅਰਕ੍ਰਾਫਟ 'ਚ ਜਾਂਦੇ ਆ ਹੈ ਨਾ ਪਰਸੈਂਟੇਜ ਨੋਟ ਕਰਦੇ ਆ ਤੁਹਾਨੂੰ ਹੈ ਨਾ ਉਹ ਚੀਜ਼ ਤੁਹਾਨੂੰ ਲੱਗਦਾ ਕਿ ਹਾਂ ਵੀ ਮਤਲਬ ਵੀ ਜੋ ਨੋਟ ਕੀਤਾ ਜਾਂਦਾ ਤੁਸੀਂ ਜਾਣਦੇ ਹੋ ਤੁਰਦੇ ਹੋ ਨਾ ਯੂਨੀਫਾਰਮ ਪਹਿਨ ਕੇ ਉਹ 'ਚ ਬੜੀ ਪ੍ਰਾਊਡ ਫੀਲ ਤਾਂ ਹੁੰਦੀ ਹੈ ਵੀ ਦੇਖੋ ਤੁਹਾਨੂੰ ਸਾਰਿਆਂ ਨੇ ਦੇਖ ਰਹੇ ਨੇ ਨੋਟ ਕਰ ਰਹੇ ਨੇ ਕਿ ਵੀ ਤਾਂ ਟਰਾਈ ਵੀ ਕਰਦੇ ਵੀ ਫੋਟੋ ਲੈ ਲਈਏ। ਉੱਥੇ ਇੱਕ ਮੇਰੀ ਮਤਲਬ ਮਦਰ ਦੀ ਏਜ ਦੀ ਇੱਕ ਸੀਗੀ ਲੇਡੀ ਉਹ ਆਏ ਸੀਗੇ। ਉਹ ਕਹਿੰਦੇ ਕਿ ਮੈਨੂੰ ਬੜਾ ਡਰ ਲੱਗਦਾ ਹੈਗਾ ਤਾਂ ਲੈਂਡਿੰਗ ਬੜੀ ਸਮੂਥ ਹੋਈ ਸੋ ਮੈਂ ਫੋਟੋ ਲੈਣੀ ਤੁਹਾਡੇ ਨਾਲ। ਸੋ ਫਿਰ ਉਹ ਕੈਪਟਨ ਕਹਿੰਦੇ ਕਿ ਤੂੰ ਲੈਂਡ ਕੀਤਾ ਹੈਗਾ ਤੂੰ ਜਾ ਕੇ ਇਹਨਾਂ ਨਾਲ ਫੋਟੋ ਖਿਚਾ ਕੇ ਆ। ਸੋ ਮਤਲਬ ਮੇਰੀ ਫਸਟ ਫਲਾਈਟ ਜਿਹੜੇ ਫਾਈਨਲ ਰੂਟ ਚੈੱਕਦੇ ਸੀਗੀ ਐਂਡ ਉੱਥੇ ਪੈਸੇਂਜਰਸ ਦੇ ਨਾਲ ਮੈਂ ਫੋਟੋ ਖਿਚਾਈ ਤਾਂ ਓਬਵੀਅਸਲੀ ਬਹੁਤ ਵਧੀਆ ਲੱਗਿਆ। ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਤੇ ਮੈਂ ਹਾਂ ਅਵਤਾਰ ਸਿੰਘ। ਹਰੇਕ ਕਿਸੇ ਦਾ ਜਿਹੜਾ ਇੱਕ ਸੁਪਨਾ ਹੁੰਦਾ ਹੈ ਕਿ ਹਵਾਈ ਜਹਾਜ਼ ਦੀ ਜਿਹੜੀ ਸੈਰ ਕੀਤੀ ਜਾਵੇ। ਲੇਕਿਨ ਇਹਨਾਂ ਵਿੱਚੋਂ ਕਈ ਲੋਕ ਅਜਿਹੇ ਹਨ ਜਿਨ੍ਹਾਂ ਦਾ ਸੁਪਨਾ ਉਸੇ ਜਹਾਜ਼ ਨੂੰ ਉਡਾਉਣਾ ਹੁੰਦਾ ਹੈ ਜਿਹਦੇ ਵਿੱਚ ਸਵਾਰੀਆਂ ਜਿਨ੍ਹਾਂ ਦੀ ਇੱਕ ਚਾਹਤ ਹੁੰਦੀ ਹੈ ਕਿ ਉਹ ਹਵਾਈ ਸਫ਼ਰ ਕਰਨ। ਅਤੇ ਅਜਿਹਾ ਹੀ ਸੁਪਨਾ ਜਿਹੜਾ ਹੈਗਾ ਇੱਕ ਸਾਕਾਰ ਕੀਤਾ ਹੈਗਾ ਲਵਪ੍ਰੀਤ ਕੌਰ ਨੇ। ਅਸੀਂ ਇਸ ਸਮੇਂ ਪਿੰਡ ਸਿਵੀਆ ਦੇ ਵਿੱਚ ਹੈ ਜ਼ਿਲ੍ਹਾ ਬਠਿੰਡਾ ਦਾ ਜਿਹੜਾ ਪਿੰਡ ਹੈਗਾ। ਲਵਪ੍ਰੀਤ ਸਾਡੇ ਨਾਲ ਹੈ
ਤੇ ਉਹਨਾਂ ਦੇ ਫਾਦਰ ਸਾਹਿਬ ਕੁਲਬੀਰ ਜੀ ਸਾਡੇ ਨਾਲ ਹੈ। ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਲਵਪ੍ਰੀਤ ਨੇ ਆਪਣੇ ਸੁਪਨਿਆਂ ਨੂੰ ਜਿਹੜਾ ਹੈਗਾ ਸਾਕਾਰ ਕੀਤਾ ਹੈਗਾ। ਇੱਕ ਉਡਾਨ ਜਿਹੜੀ ਆ ਭਰੀ ਹੈ ਉਸਨੇ ਇੱਕ ਪਿੰਡ ਦੇ ਵਿੱਚੋਂ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਕਿੰਨੇ ਕੁ ਜਿਹੜੀਆਂ ਔਕੜਾਂ ਜਿਹੜੀਆਂ ਦਾ ਸਾਹਮਣਾ ਕਰਨਾ ਪਿਆ ਹੈਗਾ ਲਵਪ੍ਰੀਤ ਨੂੰ, ਤੇ ਉਸ ਤੋਂ ਬਾਅਦ ਹੁਣ ਜਿਹੜਾ ਇੱਕ ਸੁਪਨਾ ਜਿਹੜਾ ਉਹਦਾ ਸਾਕਾਰ ਹੋਇਆ ਹੈ, ਖੁਸ਼ੀ ਕਿਸ ਤਰ੍ਹਾਂ ਦੀ ਹੈ। ਲਵਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲੀ ਹੌਲੀ ਬਾਬਾ ਦੇ। ਥੈਂਕ ਯੂ ਸੋ ਮਚ ਸਰ। ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਹੈ ਆਪਾਂ ਉੱਥੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਹਵਾਈ ਜਹਾਜ਼ ਦੀ, ਹੈ ਨਾ। ਹਰੇਕ ਦਾ ਸੁਪਨਾ ਹੁੰਦਾ, ਚਾਹੇ ਪਿੰਡ ਦੇ ਹੈ ਚਾਹੇ ਸ਼ਹਿਰ ਦੇ, ਉਹਨਾਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਆਪਾਂ ਹਵਾਈ ਜਹਾਜ਼ ਦੀ ਸੈਰ ਕਰੀਏ। ਲੇਕਿਨ ਜਿਹੜਾ ਤੁਸੀਂ ਜਿਹੜਾ ਸੁਪਨਾ ਜਿਹੜਾ ਚੁਣਿਆ ਸੀਗਾ ਉਹ ਸੀਗਾ ਕਿ ਹਵਾਈ ਜਹਾਜ਼, ਉਸੇ ਹਵਾਈ ਜਹਾਜ਼ ਨੂੰ ਉਡਾਇਆ ਜਾਵੇ। ਫਿਰ ਇਹ ਕਿਵੇਂ ਹੋਇਆ? ਇਹ ਤਾਂ ਜੀ ਬਚਪਨ ਤੋਂ ਹੀ ਜਦੋਂ ਹਨਾ ਵੀ ਪੰਛੀ ਉੱਡਦੇ ਦੇਖਣਾ ਜਾਂ 에ਅਰਕ੍ਰਾਫਟ ਉੱਡਦੇ ਦੇਖਣਾ, ਸੋ ਉਦੋਂ ਮਨ ਦੇ ਵਿੱਚ ਆ ਗਿਆ ਕਿ ਮੈਂ ਪਾਇਲਟ ਹੀ ਬਣਨਾ ਹੈਗਾ। ਸੋ ਉਦੋਂ ਬਸ ਉਸ ਤੋਂ ਫਿਰ ਲਾਈਕ 20% ਕੰਮ ਤਾਂ ਮੇਰਾ ਉਦੋਂ ਡਨ ਹੋ ਗਿਆ ਜਦੋਂ ਮੈਂ ਡਿਸਾਈਡ ਕਰ ਲਿਆ ਕਿ ਮੈਂ ਹੁਣ ਪਾਇਲਟ ਬਣਨਾ ਹੈਗਾ। ਤੇ ਕਿਸ ਤਰ੍ਹਾਂ ਜਦੋਂ ਸਟਾਰਟਿੰਗ ਜਦੋਂ ਹੁੰਦੀ ਹੈ ਬਚਪਨ ਦੇ ਵਿੱਚੋਂ, ਹੈ ਨਾ, ਜਦੋਂ ਆਪਾਂ ਸਕੂਲ ਜਾਂਦੇ ਹਾਂ ਉਦੋਂ ਤੋਂ ਹੀ ਸੀਗਾ ਇਹ, ਜਦੋਂ ਫਿਰ ਸਟੱਡੀ ਕਿਸ ਤਰ੍ਹਾਂ ਹੁੰਦੀ ਸੀ ਕਿ ਧਿਆਨ ਜਿਹੜਾ ਉੱਧਰ ਹੀ ਰਹਿੰਦਾ ਸੀ? ਹਾਂਜੀ, ਸਟੱਡੀ ਲਾਈਕ 10th ਸਟੈਂਡਰਡ ਤੱਕ ਤਾਂ ਲਾਈਕ ਬੇਸਿਕ ਹੀ ਰਹੀ ਸੀ ਹੈ ਨਾ। ਤੇ ਉਸ ਤੋਂ ਬਾਅਦ 10th ਸਟੈਂਡਰਡ 'ਚ ਸਰ ਆਏ ਸੀਗੇ, ਸੋ ਉਹ ਸਾਨੂੰ ਬਰੀਫ ਕਰ ਰਹੇ ਸੀਗੇ ਕਿ ਅਗਰ ਤੁਸੀਂ ਆਰਟਸ ਲੈਂਦੇ ਹੋ ਤਾਂ ਤੁਸੀਂ ਇਸ ਲਾਈਨ 'ਚ ਜਾ ਸਕਦੇ ਹੋ। ਤਾਂ ਜਦੋਂ ਉਹਨਾਂ ਨੇ ਨਾਨ ਮੈਡੀਕਲ 'ਚ ਕਿਹਾ ਕਿ ਜੇ ਤੁਸੀਂ ਨਾਨ ਮੈਡੀਕਲ ਲੈਂਦੇ ਹੋ ਤਾਂ ਤੁਸੀਂ ਪਾਇਲਟ ਬਣ ਸਕਦੇ ਹੋ, ਬਸ ਉਸ ਤੋਂ ਬਾਅਦ ਮੈਨੂੰ ਇਹ ਸੀਗਾ ਕਿ ਹੁਣ ਨਾਨ ਮੈਡੀਕਲ ਕਰਨਾ ਹੈਗਾ। ਬਟ ਜ਼ਿਆਦਾ ਨੌਲੇਜ ਨਹੀਂ ਸੀ ਕਿ ਉਸ ਟਾਈਮ ਨੈਟ ਇੰਨਾ ਕਾਮਨ ਨਹੀਂ ਸੀਗਾ, ਇੰਨੀ ਅਵੇਅਰਨੈਸ ਵੀ ਨਹੀਂ ਸੀਗੀ। ਬਸ ਇੰਨਾ ਕੁ ਪਤਾ ਚੱਲ ਗਿਆ ਸੀ ਕਿ +2 ਦੇ ਵਿੱਚ ਨਾਨ ਮੈਡੀਕਲ ਲੈਣਾ। ਸੋ ਡੈਡ ਨੂੰ ਪਤਾ ਸੀ ਪਟਿਆਲਾ ਐਵੀਏਸ਼ਨ ਇੱਥੇ ਕਲੱਬ ਹੈ ਤਾਂ ਆਪਾਂ ਉੱਥੇ ਜੁਆਇਨਿੰਗ ਕਰਵਾ ਦਿੰਦੇ ਹਾਂ। ਉੱਥੇ ਮੈਂ ਐਡਮਿਸ਼ਨ ਕਰਵਾਈ। ਸੋ ਉੱਥੇ ਮੈਂ ਫਿਰ 50 ਆਵਰਸ ਫਲਾਈ ਕੀਤਾ। ਫਲਾਈ ਕਰਨ ਤੋਂ ਬਾਅਦ ਉੱਥੇ ਥੋੜ੍ਹੀ ਜਿਹੀ ਨੌਲੇਜ ਆਈ। ਫਿਰ ਜਿਵੇਂ ਕੋਚਿੰਗ ਲਈ, ਜਿਵੇਂ ਵੱਧਦੇ ਗਏ ਉਵੇਂ ਵੀ ਅਵੇਅਰਨੈਸ ਹੈ ਨਾ, ਵੀ ਅਵੇਅਰਨੈਸ ਹੁੰਦੇ ਗਏ ਵੀ ਕੀ ਕਰਨਾ ਅੱਗੇ। ਸੋ ਇੱਦਾਂ ਜਰਨੀ ਰਹੀ ਮੇਰੀ। ਕਿੰਨਾ ਕੁ ਜਿਹੜਾ ਔਖਾ ਹੁੰਦਾ ਹੈ ਜਦੋਂ ਇਹਦਾ ਸਫ਼ਰ ਆਪਾਂ ਜਿਹੜਾ ਤੈਅ ਕਰਦੇ ਹਾਂ ਨਾ। ਹਰੇਕ ਸੁਪਨੇ ਬਹੁਤ ਹੁੰਦੇ, ਹਰੇਕ ਵਿਅਕਤੀ ਜਿਹੜਾ ਸੋਚਦਾ ਉਹਦੇ ਬਾਰੇ, ਲੇਕਿਨ ਸਾਕਾਰ ਜਿਹੜੇ ਹੁੰਦੇ ਆ ਬਹੁਤੇ ਘੱਟ ਜਿਹੜੇ ਲੋਕ ਹੈ ਜੇ ਹੁੰਦੇ ਜਿਨ੍ਹਾਂ ਦੇ ਸਾਕਾਰ ਹੁੰਦੇ ਆ। ਤੇ ਉਹਨਾਂ ਪਿੱਛੇ ਇੱਕ ਜਿਹੜੀ ਇਹ ਕਹਿੰਦੇ ਹੁੰਦੇ ਮਿਹਨਤ ਹੈ, ਜਾਂ ਕੁਝ ਲੋਕ ਅਜੇ ਹੁੰਦੇ ਆ ਜਿਹੜੇ ਆਪਣੇ ਪ੍ਰੇਰਣਾ ਸਰੋਤ ਬਣਦੇ ਆ। ਹਾਂਜੀ, ਮਤਲਬ ਜਦੋਂ ਮੈਂ ਲਾਈਕ ਆਪਦੀ ਸੀਪਲ ਦੇ ਵਿੱਚ ਸੀਗੀ ਜਾਂ ਜਦੋਂ ਜੌਬ ਲਈ ਪ੍ਰਪੇਅਰ ਕਰ ਰਹੀ ਸੀ ਹੈ ਨਾ, ਪ੍ਰੈਪਰੇਸ਼ਨ ਕਰ ਰਹੀ ਸੀ, ਤਾਂ ਉਦੋਂ ਨਹੀਂ ਪਤਾ ਸੀਗਾ ਕਿੰਨੇ ਕਿ ਮੈਂ ਸਟਰਗਲ ਕਰ ਰਹੀ ਹਾਂ। ਮੈਂ ਮਤਲਬ ਕਿ ਦਿਨ ਪਰ ਰਾਤ ਪੜ੍ਹਦੀ ਵੀ ਸੀਗੀ। ਉਦੋਂ ਨਹੀਂ ਪਤਾ ਚੱਲਦਾ ਜਦੋਂ ਮਤਲਬ ਉਹਦੇ ਇੱਕ ਤੁਹਾਡਾ ਇੱਕ ਡਰੀਮ ਹੁੰਦਾ, ਤੁਸੀਂ ਉਸ ਚੀਜ਼ ਦਾ ਹੁੰਦਾ ਠਾਣਿਆ ਹੁੰਦਾ ਕਿ ਮੈਂ ਕਰਨਾ ਹੈਗਾ, ਤਾਂ ਉਦੋਂ ਤਾਂ ਉਹ ਚੀਜ਼ ਤੁਸੀਂ ਚੱਲਦੇ ਰਹਿੰਦੇ ਹੋ। ਬਟ ਜਦੋਂ ਹੁਣ ਮੈਂ ਬੈਠ ਕੇ ਸੋਚਦੀ ਹਾਂ ਹੈ ਨਾ, ਹੁਣ ਮੈਨੂੰ ਲੱਗਦਾ ਕਿ ਹਾਂ ਮੈਂ ਕਾਫੀ ਸਟਰਗਲ ਕੀਤੀ ਆ। ਬਟ ਉਸ ਟਾਈਮ 'ਤੇ ਨਹੀਂ ਲੱਗਦਾ ਕਿ ਸਟਰਗਲ ਕਰ ਰਹੀ ਸੀ ਮੈਂ। ਜਦੋਂ ਉਸ ਟਾਈਮ 'ਤੇ ਸਟਰਗਲ ਲੱਗਣ ਲੱਗ ਜਾਏ ਸ਼ਾਇਦ ਨਾ ਕਰ ਪਾਉਂਦੀ। ਫੈਮਿਲੀ ਜਿਹੜੀ ਹੈਗੀ ਕੌਣ ਹੈਗਾ, ਤੇ ਮਤਲਬ ਮੇਨਲੀ ਆਪਾਂ ਕਹਿ ਦਈਏ ਕਿ ਕਿੱਤਾ ਕੀ ਹੈ? ਮੇਰਾ ਬੈਕਗਰਾਉਂਡ ਪ੍ਰੋਪਰ ਫਾਰਮਿੰਗ ਦਾ ਹੀ ਆ। ਸੋ ਵੈਸੇ ਤਾਂ ਇੱਥੇ ਤਾਂ ਨੋਰਮਲ ਆਪਾਂ ਕਹਿ ਸਕਦੇ ਹਾਂ ਕਿ ਨੋਰਮਲ ਫੈਮਿਲੀ ਆ, ਬਟ ਬਾਹਰ 'ਚ ਕਹਦੇ ਕਿ ਤਾਂ ਜੁਆਇੰਟ ਫੈਮਿਲੀ ਆ। ਸੋ ਐਕਚੁਅਲੀ ਮੇਰੇ ਦਾਦਾ ਜੀ ਰੀਸੈਂਟਲੀ ਐਕਸਪਾਇਰ ਹੋਏ ਨੇ। ਸੋ ਮੇਰੇ ਦਾਦੀ ਮਾਂ ਨੇ, ਮੋਮ ਡੈਡ ਅਤੇ ਮੇਰੇ ਬ੍ਰਦਰ ਆ, ਉਹ ਮੈਰਿਡ ਨੇ। ਤਾਂ ਮੇਰੀ ਭਰਜਾਈ ਆ, ਇੱਕ ਮੇਰੀ ਭਤੀਜੀ ਆ। ਜਿਹੜੇ ਦਾਦਾ ਦਾਦੀ ਹੁੰਦੇ ਨਾ, ਉਹਨਾਂ ਦੇ ਬੜੇ ਸੁਪਨੇ ਹੁੰਦੇ ਆ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਕਿ ਉਹ ਜਦੋਂ ਕੁਝ ਕਰਨ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਜਿਹੜੀ ਹੈ ਉਹਨਾਂ ਨੂੰ ਹੁੰਦੀ ਹੈ। ਉਹਨਾਂ ਨਾਲ ਵੀ ਗੱਲ ਹੁੰਦੀ ਸੀ ਜਦੋਂ? ਹਾਂਜੀ, ਮੇਰੇ ਦਾਦਾ ਜੀ ਦਾ ਬੜਾ ਹੀ ਸਪੋਰਟ ਰਹੇਗਾ ਮੇਰੇ ਲਈ। ਤਾਂ ਉਹ ਜਦੋਂ ਵੀ ਮੈਂ ਉਹਨਾਂ ਨੇ ਕਿਹਾ ਮੈਂ ਪਾਇਲਟ ਬਣਨਾ, ਤਾਂ ਉਹਨਾਂ ਨੇ ਵੀ ਕਹਿਣਾ ਹਾਂ। ਔਰ ਡੈਡ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਇਹਨੇ ਜੋ ਕਿਹਾ ਨਾ ਇਹਨੂੰ ਬਣਾਉਣਾ ਹੈਗਾ। ਤਾਂ ਉਵੇਂ ਫਿਰ ਮੇਰੇ ਡੈਡ ਦਾ ਵੀ ਨੇਚਰ ਉੱਦਾਂ ਹੀ ਰਿਹਾ ਕਿ ਉਹਨਾਂ ਨੇ ਵੀ ਕਦੇ ਇੱਦਾਂ ਨਹੀਂ ਕਿਹਾ ਕਿ ਨਹੀਂ ਅਸੀਂ ਨਹੀਂ ਬਣਾਉਣਾ, ਕਿ ਇਹ 'ਚ ਜ਼ਿਆਦਾ ਲਾਈਕ ਥੋੜ੍ਹਾ ਐਕਸਪੈਂਸਿਵ ਕੋਰਸ ਹੈ। ਬਟ ਨਹੀਂ, ਫੈਮਿਲੀ ਦਾ ਪ੍ਰੋਪਰ ਸਪੋਰਟ ਰਹੇਗਾ ਸੋ ਥਰੂ ਆਊਟ। ਤੇ ਜਦੋਂ ਜਹਾਜ਼ ਉੱਪਰੋਂ ਟੱਪਦਾ ਹੁੰਦਾ ਸੀ ਆਸਮਾਨ 'ਚ, ਉਦੋਂ ਦਾਦਾ ਜੀ ਫਿਰ ਐ ਨਹੀਂ ਕਹਿੰਦੇ ਹੁੰਦੇ ਸੀ ਵੇਖੀ ਲਵਪ੍ਰੀਤ ਕਹਿੰਦੇ ਸੀ, ਕੀ ਕਹਿੰਦੇ ਸੀ? ਨਹੀਂ, ਮੇਰਾ ਨਿਕਨੇਮ ਜੋਤੀ ਹੈ। ਤੇ ਐਕਚੁਅਲੀ ਮੇਰੇ ਥੋੜ੍ਹੇ ਟਾਈਮ ਥੋੜੀ ਫੈਮਿਲੀ 'ਚ ਇਸ਼ੂ ਕਰਕੇ ਥੋੜ੍ਹੇ ਦਾਦਾ ਜੀ ਦੀ ਹੈਲਥ ਥੋੜੀ ਡਾਊਨ ਸੀ ਜਿਸ ਟਾਈਮ। ਉਸ ਟਾਈਮ ਨੋਰਮਲੀ ਤਾਂ ਉਹਨੇ ਜ਼ਿਆਦਾ ਇੰਨਾ ਨਹੀਂ ਅਵੇਅਰ, ਇੰਨਾ ਯਾਦ ਨਹੀਂ ਆਉਂਦਾ ਸੀ। ਪਰ ਕੋਈ ਵੀ ਜੇ ਦਾਦਾ ਜੀ ਨੂੰ ਮਿਲਣਾ ਆਉਂਦੇ, ਉਹਨਾਂ ਨੇ ਇੱਕ ਗੱਲ ਹਮੇਸ਼ਾ ਕਹਿਣੀ, ਉਹ ਜਿਹੜੀ ਕੁੜੀ ਹੈ ਨਾ ਉਹ ਜਹਾਜ਼ ਉਡਾ ਲੈਂਦੀ ਆ। ਉਹਨਾਂ ਨੇ ਮੇਰੀ ਗੱਲ ਪੂਰੀ ਬੜੇ ਮਾਣ ਨਾਲ ਦੱਸਣੀ। ਮੈਨੂੰ ਹੁਣ ਬੜਾ ਫੀਲ ਵੀ ਹੁੰਦਾ ਜੇ ਦਾਦਾ ਜੀ ਹੁੰਦੇ ਆ ਨਾ, ਵੀ ਉਹਨਾਂ ਨੇ ਕਿੰਨਾ ਖੁਸ਼ ਹੋਣਾ ਸੀਗਾ। ਅਗਰ ਮੇਰੀ ਉਦੋਂ ਟ੍ਰੇਨਿੰਗ ਚੱਲ ਰਹੀ ਹੁੰਦੀ ਸੀ ਤਾਂ ਮੇਰੇ ਦਾਦਾ ਜੀ ਨੇ ਪੁੱਛਣਾ ਜਹਾਜ਼ ਉਡਾਉਣ ਲੱਗ ਪਈ? ਮੈਂ ਕਿਹਾ ਬਸ ਦਾਦਾ ਜੀ ਬਸ ਉਡਾਉਣ ਲੱਗ ਗਿਆ, ਥੋੜ੍ਹੇ ਟਾਈਮ ਦੀ ਗੱਲ ਹੈ। ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਸੀ ਉਹ ਵੀ ਕੰਮ ਕਰਦੀ ਹੈ। ਹਾਂਜੀ, ਕਿਉਂਕਿ ਮੈਂ ਲਾਈਕ ਬਹੁਤ ਥੋੜਾ ਲਾਈਕ ਫੈਮਿਲੀ ਦਾ ਇਨਵਾਇਰਨਮੈਂਟ ਦਾ ਬੜਾ ਹੀ ਇੰਪੈਕਟ ਪੈਂਦਾ ਹੈ ਤੁਹਾਡੀ ਲਾਈਫ 'ਚ। ਮੇਰੇ ਅਗਰ ਕੋਈ ਵੀ ਗੱਲ ਹੁੰਦੀ ਸੀ ਪਹਿਲਾਂ ਮੈਂ ਦਾਦਾ ਜੀ ਨੂੰ ਦੱਸਦੇ ਹੁੰਦੇ ਸੀ, ਅਤੇ ਦਾਦਾ ਜੀ ਦਾ ਬੜਾ ਸਪੋਰਟ ਰਿਹਾ ਹੈਗਾ। ਮੈਨੂੰ ਕਦੇ ਵੀ ਲਾਈਕ ਕਿਸੇ ਨੇ ਕੁਝ ਕਹਿ ਦੇਣਾ ਮੈਂ ਦਾਦਾ ਨੂੰ ਦੱਸ ਦੇਣਾ। ਦਾਦਾ ਜੀ ਦਾ ਮਤਲਬ ਇਹ ਸੀ ਕਿ ਮੇਰੀ ਪੋਤੀ ਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਮਤਲਬ ਮੈਂ ਬੜੇ ਲਾਡਾਂ ਪਿਆਰਾਂ ਨਾਲ ਪਾਲਿਆ ਹੈਗਾ।
ਤੇ ਫਿਰ ਜਦੋਂ ਤੁਸੀਂ 50 ਆਵਰਸ ਦਾ ਜਿਹੜਾ ਸੀਗਾ ਉਹ ਜਦੋਂ ਕੰਪਲੀਟ ਹੋਇਆ ਤੁਹਾਡਾ ਤੇ ਫਿਰ ਉਸ ਤੋਂ ਬਾਅਦ ਕਾਫੀ ਦਿੱਕਤਾਂ ਜਿਹੜੀਆਂ ਆਉਂਦੀਆਂ ਕਿ ਕਿਸ ਤਰ੍ਹਾਂ ਹੁੰਦਾ ਪੂਰਾ? ਨਹੀਂ ਦਿੱਕਤ ਤਾਂ ਦੇਖੋ ਜੀ ਹਰ ਇੱਕ ਦੀ ਥੋੜੀ ਆਪਣੀ ਆਪਣੀ ਸਟਰਗਲ ਰਹਿੰਦੀ ਆ। ਕੋਈ ਆਪਾਂ ਕਹਿ ਦਈਏ ਕਿ ਮਿਹਨਤ ਜ਼ਿਆਦਾ ਕਰਦੇ ਆ, ਰਿਜ਼ਲਟ ਨਹੀਂ ਮਿਲਦਾ। ਮਤਲਬ ਮੈਨੂੰ ਸਟੱਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ। ਮੈਂ ਐਗਜ਼ਾਮਸ ਬੜੇ ਆਰਾਮ ਨਾਲ ਕਲੀਅਰ ਕੀਤੇ ਨੇ। ਫਲਾਈਂਗ ਦੇ ਵਿੱਚ ਵੀ ਮੈਨੂੰ ਇੰਨੇ ਕੋਈ ਇਸ਼ੂ ਨਹੀਂ ਹੋਇਆ ਕਿਉਂਕਿ ਮੈਨੂੰ ਇੰਨਾ ਡਰ ਵਗੈਰਾ ਲੱਗਦਾ ਨਹੀਂ ਸੀਗਾ। ਸੋ ਥੋੜੀ ਦਿੱਕਤ ਇਹ ਹੁੰਦੀ ਸੀ, ਥੋੜਾ ਪੰਜਾਬ ਲਾਈਕ ਪਿੰਡਾਂ ਦਾ ਮਾਹੌਲ ਹੈ ਹੈ ਨਾ। ਤੁਸੀਂ ਮੈਟਰੋ ਸਿਟੀ 'ਚ ਜਾਂਦੇ ਹੋ ਜਿਵੇਂ ਦਿੱਲੀ ਵੱਡੇ ਸ਼ਹਿਰਾਂ ਦੇ ਵਿੱਚ, ਉੱਥੇ ਥੋੜੀ ਜਿਹੀ ਤੁਹਾਨੂੰ ਲਾਈਕ ਇਹ ਚੀਜ਼ ਐਕਸੈਪਟ ਕਰਨੀ ਕਿ ਇੰਨਾ ਹੀ ਮਾਡਰਨ ਹੈ ਤੇ ਪੰਜਾਬ ਲਾਈਕ ਪਿੰਡ ਇੰਨਾ ਬੈਕਵਰਡ ਆ ਨਾ, ਉਹ ਚੀਜ਼ਾਂ ਤੇ ਥੋੜਾ ਜਿਹਾ ਕਹਿ ਸਕਦੇ ਕਿ ਮੈਨੂੰ ਪ੍ਰੋਬਲਮ ਫੇਸ ਕਰਨੀਆਂ ਪਈਆਂ। ਮਤਲਬ ਆਪਣੇ ਆਪ ਨੂੰ ਮਤਲਬ ਉੱਥੇ ਆਪਾਂ ਐਡਜਸਟ ਕਹਿ ਸਕਦੇ ਹਾਂ ਕਿ ਮਤਲਬ ਉਹ ਪਿੰਡਾਂ ਦਾ ਮਾਹੌਲ ਤੇ ਉੱਥੋਂ ਦਾ ਬਹੁਤ ਫਰਕ ਹੈ। ਹਾਂਜੀ, ਉਹ ਚੀਜ਼ਾਂ ਦਾ ਤਾਂ ਫਰਕ ਬਹੁਤ ਜ਼ਿਆਦਾ ਹੀ ਆ। ਹੁਣ ਮੈਂ ਐਡਜਸਟ ਵੀ ਨਹੀਂ ਕਰ ਪਾ ਰਹੀ ਕਿਉਂਕਿ ਜਦੋਂ ਮੈਂ ਪਿੰਡ ਆਉਂਦੀ ਹਾਂ, ਪਿੰਡ ਦਾ ਮਾਹੌਲ ਡਿਫਰੈਂਟ ਆ। ਉਹ ਉੱਥੇ ਜਾਣੀ ਉਹ ਤਾਂ ਮਾਹੌਲ ਮੈਂ ਮਤਲਬ ਅੱਧ ਵਿਚਾਲੇ 'ਚ ਫਿਰਦੇ ਆ। ਅਤੇ ਫਿਰ ਹੈ ਕਿ ਹੁਣ ਜਦੋਂ ਪਾਇਲਟ ਹੈ ਫਿਰ ਕਿਦੋਂ ਤੁਹਾਡੀ ਜੁਆਇਨਿੰਗ ਫਸਟ ਜਿਹੜੀ ਹੈ ਤੁਹਾਡੀ ਕਿਦੋਂ ਹੋਣਾ ਹੈ, ਉਡਾਨ ਕਿਦੋਂ? ਨਹੀਂ, ਮੈਂ ਆਲਰੇਡੀ ਮੇਰੀ 19th ਜੁਲਾਈ ਮੇਰੀ ਫਾਈਨਲ ਚੈੱਕ ਸੀਗਾ। ਸੋ ਮੇਰਾ ਚੈੱਕ ਕਲੀਅਰ ਹੋਣ ਤੋਂ ਬਾਅਦ ਐਜ਼ ਆ ਮੈਂ ਫਸਟ ਆਫਿਸਰ ਫਲਾਈ ਕਰ ਰਹੀ ਹਾਂ। ਮੇਰੇ ਕੋਲ ਹੁਣ 150 ਆਵਰਸ ਹੈ A320 ਤੇ। ਤੇ ਫਿਰ ਕੀ ਹੈ ਕਿੱਥੋਂ ਤੱਕ ਉਡਾਨ ਹੋਣੀ ਹੈ? ਹਾਂਜੀ, ਮਤਲਬ ਲਾਈਕ ਮੈਂ ਹੁਣ 에ਅਰ ਏਸ਼ੀਆ ਇੰਡੀਆ ਦੇ ਵਿੱਚ ਆ, ਕੰਪਨੀ ਦੇ ਵਿੱਚ ਆ। ਸੋ ਡੋਮੈਸਟਿਕ ਆਪਰੇਟ ਕਰਦੀ ਹੈ। ਸੋ ਮੈਂ ਓਵਰਆਲ ਕਹਿ ਦਈਏ ਕਿ ਸਾਰੇ ਸਟੇਟਸ 'ਚ ਆਪਰੇਟ ਕਰ ਰਹੇ ਹਾਂ। ਜਿਵੇਂ ਹੋ ਗਿਆ ਗੁਹਾਟੀ, ਬਾਗਡੋਗਰਾ, ਦਿੱਲੀ, ਰਾਂਚੀ, ਕੋਚੀਨ, ਕੋਲਕਾਤਾ। ਸੋ ਹਰ ਕਿਤੇ ਫਲਾਈਟ ਲੈ ਕੇ, ਫਿਕਸਡ ਰੂਟ ਨਹੀਂ ਹੈਗਾ ਕਿ ਇੱਕੋ ਰੂਟ ਲੈ ਕੇ ਜਾਣਾ। ਸੋ ਆਲ ਓਵਰ ਆਪਾਂ ਇੰਡੀਆ 'ਚ। ਅੱਛਾ, ਹਰ ਵਾਰੀ ਅਲੱਗ-ਅਲੱਗ ਹੁੰਦਾ ਹੈ ਕਿ ਕਿਸੇ ਨੂੰ ਕੋਈ ਵੀ ਜਿਹੜਾ? ਹਾਂਜੀ, ਮਤਲਬ ਇੱਕ ਐਕਚੁਅਲੀ ਰੋਸਟਰ ਆਉਂਦਾ ਹੈਗਾ। ਸੋ ਥੋੜਾ ਪਲਾਨ ਆਉਂਦਾ ਕਿ ਤੁਸੀਂ ਇਸ ਦਿਨ ਇਸ ਟਾਈਮ ਤੇ ਫਲਾਈਟ ਆਪਰੇਟ ਕਰਨੀ ਆ। ਕਿਵੇਂ ਲੱਗਦਾ ਕਿਵੇਂ ਹੈ ਜੀ ਉੱਪਰੋਂ ਜਿਹੜਾ ਹੈਗਾ? ਨਹੀਂ, ਹੁੰਦਾ ਐਕਚੁਅਲੀ ਬਹੁਤ ਜ਼ਿਆਦਾ ਫਲਾਈ ਕਰ ਲਿਆ। ਸੋ ਮਤਲਬ ਟ੍ਰੇਨਿੰਗ ਦੇ ਟਾਈਮ ਵੀ ਆਲਸੋ ਤਾਂ ਲਾਈਕ ਜਿਹੜੇ ਪਾਇਲਟ ਹੁੰਦੇ ਉਹਨਾਂ ਤਾਂ ਕਾਮਨ ਜਿਹਾ ਲੱਗਣ ਲੱਗ ਜਾਂਦਾ ਵੀ ਜਿਵੇਂ ਗਰਾਊਂਡ ਤੇ ਉਵੇਂ ਹਵਾ ਦੇ ਵਿੱਚ ਆ। ਕਾਰ ਜਾਂ ਬੱਸ ਚਲਾਉਣਾ ਬੜਾ ਸੌਖਾ ਜਿਹਾ ਹੁੰਦਾ ਨਾ, ਪਿੱਛੇ ਸਵਾਰੀਆਂ ਆਪਾਂ ਦੇਖ ਲਈਆਂ, ਲੇਕਿਨ ਉਹ ਕਾਕਪਿਟ ਦੇ ਵਿੱਚੋਂ ਤੇ ਜਿਹੜਾ ਪਿੱਛੇ ਜਿਹੜੇ ਪੈਸੇਂਜਰਸ ਦੇਖਣੇ ਬੜੇ ਹੁੰਦਾ ਨਹੀਂ ਕੁਝ? ਨਹੀਂ, ਹਾਂਜੀ, ਦੇਖੋ ਅਗਰ ਆਪਾਂ ਕਹਦੇ ਕਾਰ ਵੀ ਹੈ ਨਾ, ਵੀ ਕਾਰ 'ਚ ਧਿਆਨ ਤਾਂ ਕਾਰ 'ਚ ਵੀ ਚਲਾਉਣਾ ਲੱਗਣਾ ਪੈਂਦਾ ਹੈ ਨਾ। ਤਾਂ 에ਅਰਕ੍ਰਾਫਟ ਦੇ ਵਿੱਚ ਥੋੜਾ ਆਪਾਂ ਕਹਦੇ ਕਿ ਥੋੜਾ ਜ਼ਿਆਦਾ ਧਿਆਨ ਲਾਉਣਾ ਪੈਂਦਾ ਹੈਗਾ ਕਿ 180 ਪੈਸੇਂਜਰਸ ਇਕੱਠੇ ਲੈ ਕੇ ਜਾ ਰਹੇ। ਤਾਂ ਹਰ ਇੱਕ ਕੰਮ 'ਚ ਲਾਈਕ ਫੋਕਸ ਤਾਂ ਇੰਪੋਰਟੈਂਟ ਹੈਗੇ ਆ। ਇਸ ਲਾਈਨ 'ਚ ਲੜਕੀਆਂ ਦਾ ਕਿੰਨਾ ਸਕੋਪ ਹੈ ਜਾਂ ਮਤਲਬ ਕਹਿ ਸਕਦੇ ਹਾਂ ਕਿ ਉਹ ਮਤਲਬ ਫ੍ਰੀਲੀ ਆਪਣੇ ਆਪ ਨੂੰ ਕਹਿ ਸਕਦੀਆਂ ਕਿ ਉੱਥੇ ਬੜਾ ਸੇਫ ਹੁੰਦਾ? ਸਾਡਾ ਬੈਸਟ ਇਸ ਲਾਈਨ ਇਸ ਪ੍ਰੋਫੈਸ਼ਨ ਦੀ ਇਹ ਗੱਲ ਹੈ ਕਿ ਇਹਦੇ ਵਿੱਚ ਕੁੜੀ ਮੁੰਡਾ ਨਹੀਂ ਜੱਜ ਕੀਤਾ ਜਾਂਦਾ। ਤੁਸੀਂ ਕੁੜੀਓ ਇਸ ਚੀਜ਼ ਕਰਕੇ ਨਹੀਂ ਇੰਪੋਰਟੈਂਸ ਮਿਲੂਗੀ ਜਾਂ ਤੁਸੀਂ ਮੁੰਡੇ ਇਸ ਕਰਕੇ ਨਹੀਂ। ਅਗਰ ਤੁਸੀਂ ਲਾਈਕ ਉਸ ਚੀਜ਼ ਲਈ ਕੁਆਲੀਫਾਈਡ ਹੋ, ਤੁਸੀਂ ਲਾਈਕ ਪ੍ਰੋਪਰ ਹੈਗੇ ਹੋ ਤਾਂ ਹੀ ਤੁਹਾਨੂੰ ਜੌਬ ਮਿਲੂਗੀ। ਸੋ ਇਹਦੇ ਵਿੱਚ ਕੋਈ ਇੱਦਾਂ ਦਾ ਕੁੜੀ ਮੁੰਡੇ ਦਾ ਕੋਈ ਐ ਨਹੀਂ ਹੈਗਾ, ਡਿਸਕ੍ਰਿਮੀਨੇਟ ਨਹੀਂ ਕਰਦੇ। ਕਦੇ ਸੋਚਿਆ ਨਹੀਂ ਸੀਗਾ ਕਿ ਮਤਲਬ ਪਿੰਡਾਂ ਦੇ ਖਾਸ ਕਰਕੇ ਅੱਜ ਕੱਲ੍ਹ ਦੀਆਂ ਕੁੜੀਆਂ ਦੇਖਦੇ ਹਾਂ ਆਪਾਂ ਅਬਰੋਡ ਜਿਹੜਾ ਬਹੁਤ ਛੇਤੀ ਜਿਹੜੀਆਂ ਭੱਜਦੀਆਂ ਹੈ ਨਾ, ਤੇ ਕਦੇ ਸੋਚਿਆ ਨਹੀਂ ਸੀਗਾ ਕਿ ਮਤਲਬ ਚੱਲੀਏ ਇੱਥੋਂ ਚੱਲੀਏ ਤਾਂ ਉੱਥੇ ਜਾ ਕੇ? ਨਹੀਂ, ਮੈਂ ਇੱਦਾਂ ਬਿਲਕੁਲ ਨਹੀਂ ਸੋਚਿਆ। ਬਟ ਮੇਰਾ ਇਹ ਸੀਗਾ ਕਿ ਮੈਂ ਪਾਇਲਟ ਬਣ ਰਹੀ ਹਾਂ ਨਾ, ਵੀ ਫਲਾਈਟਸ ਲੈ ਕੇ ਜਾਵਾਂ ਕਿਤੇ ਅੱਗੇ ਚਾਂਸ ਮਿਲੂਗਾ ਇਨ ਫਿਊਚਰ ਤਾਂ ਅਬਰੋਡ ਜਾ ਕੇ। ਮੈਨੂੰ ਘੁੰਮਣ ਦਾ ਸ਼ੌਂਕ ਹੈਗਾ ਗਾ, ਬਟ ਐਵੇਂ ਉੱਥੇ ਜਾ ਕੇ ਸੈਟਲ ਡਾਊਨ ਦਾ ਕੋਈ ਸ਼ੌਂਕ ਨਹੀਂ ਗਾ। ਦੋਨੇ ਚੀਜ਼ਾਂ ਮਤਲਬ ਤੁਸੀਂ ਕਰੋਗੇ ਕਿ ਮਤਲਬ ਘੁੰਮਣਾ ਵੀ ਹੋ ਜਾਏ? ਹਾਂ, ਘੁੰਮਣਾ ਵੀ ਹੋ ਜਾਊਗਾ ਔਰ ਓਬਵੀਅਸਲੀ ਪੰਜਾਬ ਛੱਡਣਾ ਬਹੁਤ ਟਫ ਹੈ ਮੇਰੇ ਲਈ। ਸੋ ਵੀ ਹੋ ਜੂ। ਕੀ ਜਿਹੜੀਆਂ ਲੜਕੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਨੇ, ਇੱਕ ਤਾਂ ਮੋਬਾਈਲ ਜਾਂ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਉਹ ਸਮੇਂ ਜ਼ਿਆਦਾ ਦਿੰਦੀਆਂ ਹੈਗੀਆਂ। ਕਈ ਚੀਜ਼ਾਂ ਜਾਂ ਤਾਂ ਫਿਰ ਪੇਰੈਂਟਸ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹ ਕੇਅਰ ਨਹੀਂ ਕਰ ਸਕਦੇ, ਜਾਂ ਫਿਰ ਜ਼ਮਾਨਾ ਜਿਹਨੂੰ ਆਪਾਂ ਗੱਲ ਕਰ ਰਹੇ ਸੀਗੇ ਇੱਕ ਮਾਡਰਨ ਹੈ, ਜਾਂ ਮਤਲਬ ਉਸ ਲੈਵਲ ਤੱਕ ਆਪਾਂ ਜਾਣਾ ਕਿ ਆਪਾਂ ਯਾਰ ਮੋਬਾਈਲ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਗਿਆ ਜਿਹਨੂੰ ਇੱਕ ਆਪਾਂ ਚੀਜ਼ ਕਹਿ ਦਿੰਦੇ ਹਾਂ। ਲੇਕਿਨ ਪਹਿਲਾਂ ਵੀ ਜਿਹੜਾ ਸਮੇਂ ਸੀਗਾ ਸਰਦਾ ਸੀ। ਹਾਂਜੀ, ਮਤਲਬ ਕਹਿ ਸਕਦੇ ਹਰ ਇੱਕ ਚੀਜ਼ ਦਾ ਥੋੜ੍ਹਾ ਇੰਪੈਕਟ ਪੈ ਕੇ ਉਹ ਚੀਜ਼ ਇੱਦਾਂ ਦਾ ਇਨਵਾਇਰਨਮੈਂਟ ਕ੍ਰੀਏਟ ਹੋ ਗਿਆ ਹੈਗਾ। ਲਾਈਕ ਅਗਰ ਦੇਖਿਆ ਜਾਵੇ ਇੰਟਰਨੈਟ, ਅਗਰ ਆਪਾਂ ਦੇਖਿਆ ਜਾਵੇ ਪੋਜ਼ਿਟਿਵ ਵੇ ਦੇ ਵਿੱਚ ਤਾਂ ਹੈ ਨਾ, ਵੀ ਤੁਸੀਂ ਹਰ ਇੱਕ ਚੀਜ਼ ਸਰਚ ਕਰ ਸਕਦੇ ਹੋ। ਹੁਣ ਉਹ ਆਪਣੇ 'ਤੇ ਆਪਾਂ ਕਿੱਦਾਂ ਦੀ ਇਨਫੋਰਮੇਸ਼ਨ ਲੈ ਰਹੇ ਹਾਂ, ਸਿੱਖਣ ਨੂੰ ਵੀ ਆਪਾਂ ਕਹਿ ਦਈਏ ਆਨਲਾਈਨ ਤੁਸੀਂ ਬਹੁਤ ਸਾਰੀ ਚੀਜ਼ਾਂ ਘਰੇ ਬੈਠ ਕੇ ਸਿੱਖ ਸਕਦੇ ਹੋ। ਹੁਣ ਉਹ ਆਪਣੇ 'ਤੇ ਆਪਾਂ ਕੀ ਐਜੂਕੇਸ਼ਨ ਲੈਣੀ ਹੈ ਜਾਂ ਕੀ ਚੀਜ਼ ਦੇਖਣੀ ਹੈ ਜਾਂ ਕੀ ਚੀਜ਼ ਸਿੱਖਣੀ ਆ। ਪੇਰੈਂਟਸ ਦੇ ਲਈ ਮੈਂ ਕਹਿ ਸਕਦੀ ਹਾਂ ਕਿ ਮਤਲਬ ਅੱਗੇ ਨਾਲ ਤਾਂ ਬਹੁਤ ਫਰਕ ਪਿਆ ਹੀ ਆ। ਬਟ ਕਈ ਵਾਰ ਹੁੰਦਾ ਕਿ ਸਟੂਡੈਂਟ ਜਿਹੜੇ ਬੱਚੇ ਹੁੰਦੇ ਨੇ ਕੈਪੇਬਲ ਹੁੰਦੇ ਨੇ ਬਹੁਤ ਕੁਝ ਕਰਨ ਦੇ, ਬਟ ਪੇਰੈਂਟਸ ਸਪੋਰਟ ਨਹੀਂ ਕਰਦੇ ਉਸ ਚੀਜ਼ ਦੀ। ਕਈ ਵਾਰ ਹੁੰਦਾ ਕਿ ਪੇਰੈਂਟਸ ਸਪੋਰਟ ਕਰ ਰਹੇ ਹੁੰਦੇ, ਬੱਚੇ ਨਹੀਂ ਹੁੰਦੇ ਇੱਦਾਂ ਦੇ। ਸੋ ਮੈਂ ਕਹੂੰਗੀ ਅਗਰ ਦੋਨੋਂ ਚੀਜ਼ਾਂ ਬੈਲੈਂਸ ਹੋ ਜਾਣ ਹੈ ਨਾ, ਵੀ ਪੇਰੈਂਟਸ ਸਪੋਰਟ ਕਰਨ ਤੇ ਬੱਚੇ ਉਸ ਚੀਜ਼ ਦਾ ਨਾ ਵੀ ਐਫਰਟ ਕਰਨ ਐਂਡ ਪੇਰੈਂਟਸ ਦਾ ਨਾਮ ਰੋਸ਼ਨ ਕਰਨ, ਤਾਂ ਓਬਵੀਅਸਲੀ ਬੱਚੇ ਕੀ ਕੁਝ ਨਹੀਂ ਕਰ ਸਕਦੇ। ਕਿ ਜੇਕਰ ਕੋਈ ਲੜਕੀਆਂ ਹੈਗੀਆਂ ਇਸ ਫੀਲਡ 'ਚ ਜਾਣਾ ਚਾਹੁੰਦੀਆਂ ਤਾਂ ਮਤਲਬ ਕਿੱਥੋਂ ਹੋ ਸਕਦੀ ਹੈ, ਤਿਆਰੀ ਕਿਵੇਂ ਹੋ ਸਕਦੀ ਹੈ, ਜਾਂ ਜਿਹੜਾ ਫਸਟ ਸਟੈਪ ਆਪਾਂ ਕਿੱਥੋਂ ਕਰ ਸਕਦੇ ਹਾਂ?
ਇਸ ਪ੍ਰੋਫੈਸ਼ਨ ਦੇ ਵਿੱਚ ਬੇਸਿਕਲੀ +2 ਨਾਨ ਮੈਡੀਕਲ ਚਾਹੀਦਾ, ਮੋਰ ਦੈਨ ਆਈ ਥਿੰਕ 60% ਤੋਂ ਜ਼ਿਆਦਾ ਪਰਸੈਂਟੇਜ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਹਦੇ ਵਿੱਚ ਲਾਈਕ ਸਟੈਂਡਰਡ ਕਹਿ ਦਈਏ ਕਿ ਪ੍ਰੋਸੀਜਰ ਨਹੀਂ ਹੈਗਾ, ਹਰ ਇੱਕ ਦਾ ਆਪਣਾ ਆਪਣਾ ਓਪੀਨੀਅਨ ਹੁੰਦਾ ਹੈਗਾ। ਕਈ ਵਾਰ ਲਾਈਕ ਕੈਰੀਅਰ ਪ੍ਰੋਗਰਾਮ ਹੁੰਦੇ ਨੇ, ਕੰਪਨੀਜ਼ ਓਪਨ ਅਪ ਕਰਦੀਆਂ, ਉਹਦੇ ਵਿੱਚ ਤੁਹਾਡੇ ਐਗਜ਼ਾਮਸ ਹੁੰਦੇ, ਇੰਟਰਵਿਊਜ਼ ਹੁੰਦੀਆਂ ਨੇ, ਉਹ ਥਰੂ ਜਾ ਸਕਦੇ ਨੇ, ਜਾਂ ਕੋਈ ਪ੍ਰਾਈਵੇਟ ਫਲਾਈਂਗ ਸਕੂਲਸ ਨੇ ਉਹਨਾਂ 'ਚ ਐਡਮਿਸ਼ਨ ਲੈ ਸਕਦੇ ਆ। ਸੋ ਲਾਈਕ 200 ਆਵਰਸ ਫਲਾਈਂਗ ਹੁੰਦੀ ਆ, ਉਹਦੇ ਵਿੱਚ ਵੀ ਰਿਕੁਆਇਰਮੈਂਟਸ ਹੁੰਦੀ ਆ, ਡਿਫਰੈਂਟ ਕ੍ਰਾਈਟੇਰੀਆ ਹੁੰਦੇ ਕਿ ਇੰਨੀ ਨਾਈਟ ਫਲਾਈਂਗਸ ਚਾਹੀਦੀ, ਇੰਨੀ ਸੋਲੋ ਆਵਰਸ ਚਾਹੀਦੀ, ਇੰਨੀ ਕ੍ਰਾਸ ਕੰਟਰੀਜ਼ ਚਾਹੀਦੀ ਆ। ਉਸ ਐਗਜ਼ਾਮਸ ਹੁੰਦੇ ਨੇ, ਗਰਾਊਂਡ ਐਗਜ਼ਾਮਸ ਹੁੰਦੇ ਨੇ, ਉਹਦੀ ਕੋਚਿੰਗ ਕੋਈ ਸਟੂਡੈਂਟ ਦਿੱਲੀ ਜਾ ਕੇ ਕੋਚਿੰਗ ਲੈਂਦੇ, ਕੋਈ ਕੋਚਿੰਗ ਨਹੀਂ ਵੀ ਲੈਂਦੇ, ਕਿਉਂਕਿ ਹੁੰਦਾ YouTube 'ਤੇ ਸਾਰਾ ਕੁਝ ਪਿਆ ਹੈਗਾ, ਉਹ ਦੇਖ ਕੇ ਪ੍ਰਪੇਅਰ ਕਰ ਲੈਂਦੇ ਆ। ਬਟ ਉਸ ਤੋਂ ਬਾਅਦ ਕਿ ਇਹ ਮੇਨ ਹੈ ਕਿ ਇਸ ਲਾਇਸੈਂਸ ਤਾਂ ਚਲੋ CPL ਆਪਾਂ ਲੈ ਲਿਆ, ਬਟ ਉਸ ਤੋਂ ਬਾਅਦ ਮੇਨ ਹੁੰਦੀ ਹੈ ਜੌਬ। ਅੱਜ ਜਿਵੇਂ ਲੋਕਡਾਊਨ ਕਰਕੇ ਐਵੀਏਸ਼ਨ ਸੈਕਟਰ ਨੂੰ ਕਾਫੀ ਜ਼ਿਆਦਾ ਲਾਈਕ ਇੰਪੈਕਟ ਹੋਇਆ ਹੈਗਾ, ਉਸ ਕਰਕੇ ਥੋੜੀ ਜੌਬਸ ਜਿਹੜੀਆਂ ਹੈਗੀਆਂ ਨੇ ਪ੍ਰੈਜ਼ੈਂਟਲੀ ਥੋੜ੍ਹੀਆਂ ਜਿਹੀਆਂ ਘੱਟ ਨੇ। ਆਈ ਥਿੰਕ ਫਿਊਚਰ ਦੇ ਵਿੱਚ ਮੇ ਵੀ ਜ਼ਿਆਦਾ ਹੋਣ। ਇਹ ਥੋੜਾ ਪ੍ਰੋਫੈਸ਼ਨ ਅਨਪ੍ਰੈਡਿਕਟੇਬਲ ਵਾਲਾ ਵੀ ਜ਼ਿਆਦਾ ਹੈਗਾ ਕਿ ਕੁਝ ਕਹਿ ਨਹੀਂ ਸਕਦੇ ਐਕਚੁਅਲੀ, ਅਗਰ ਮੈਂ ਕੁਝ ਕਹਿ ਤਾਂ ਪਤਾ ਨਹੀਂ ਫਿਊਚਰ 'ਚ ਕੁਝ ਹੋਰ ਹੋਊਗਾ। ਹਾਂ, ਸੋ ਇਹ ਥੋੜਾ ਜਿਹਾ ਅਨਪ੍ਰੈਡਿਕਟੇਬਲ ਵੀ, ਥੋੜਾ ਐਕਸਪੈਂਸਿਵ ਵੀ ਹੈਗਾ ਗਾ ਕਿ ਆਪਾਂ ਚਲੋ ਡ੍ਰੀਮ ਸੋਚ ਕੇ ਹੈ ਨਾ ਵੀ ਆਪਾਂ ਇਨਵੈਸਟ ਕਰ ਦਿੰਦੇ ਆ, ਤਾਂ ਬਟ ਉਸ ਵੇਲੇ ਜੌਬ ਨਹੀਂ ਮਿਲੀ ਤਾਂ ਉਸ ਚੀਜ਼ ਦੀ ਵੀ ਇੱਕ ਟੈਨਸ਼ਨ ਹੋ ਜਾਂਦੀ ਆ। ਤਾਂ ਬੜਾ ਅਨਪ੍ਰੈਡਿਕਟੇਬਲ ਵਾਲਾ ਜੌਬ ਹੈ, ਕੋਈ ਸਟੈਂਡਰਡ ਇਹਦਾ ਪ੍ਰੋਸੀਜਰ ਵੀ ਨਹੀਂ ਕਹਿ ਸਕਦੇ। ਥੋੜਾ ਲਾਈਕ ਜਿਹੜਾ ਮਤਲਬ ਹਰ ਇੱਕ ਦਾ ਆਪਣਾ, ਅਗਰ ਮੈਂ ਕਿਸੇ ਨੂੰ ਗਾਈਡ ਕਰੂੰਗੀ, ਕੋਈ ਹੋਰ ਪਾਇਲਟ ਹੋਊਗਾ ਉਹ ਡਿਫਰੈਂਟ ਵੇ ਨਾਲ ਗਾਈਡ ਕਰੂ। ਹਾਂਜੀ, ਹਰ ਇੱਕ ਕਿ ਸ਼ੌਂਕ ਦੇ ਮੁਤਾਬਿਕ ਆਪਾਂ ਕਰ ਸਕਦੇ। ਹਾਂਜੀ, ਮਤਲਬ ਇਹਦੇ ਡਿਫਰੈਂਟ ਜਿਹੀ ਜਰਨੀ ਆ। ਐਂਡ ਕਈ ਵਾਰ ਕੀ ਹੁੰਦਾ ਕਿ ਥੋੜੇ ਆਪਾਂ ਕਹਿ ਦਈਏ ਲੱਕ, ਇਹ 'ਚ ਥੋੜਾ ਲੱਕ ਵੀ, ਮੈਨੂੰ ਲੱਗਦਾ ਇਸ ਪ੍ਰੋਫੈਸ਼ਨ ਥੋੜਾ ਲੱਕ ਵੀ ਹੋਣਾ ਚਾਹੀਦਾ। ਹਾਂ, ਲੱਕ ਇਹਦੇ ਵਿੱਚ ਕੰਮ ਥੋੜਾ ਜ਼ਿਆਦਾ ਕਰਦਾ ਹੈਗਾ। ਹਾਂਜੀ, ਬਿਲਕੁਲ ਲੱਕ ਜਿਹੜਾ ਹੈਗਾ ਉਹ ਬਿਲਕੁਲ ਅਲੱਗ ਹੁੰਦਾ, ਉਹੀ ਕੰਮ ਜਿਹੜਾ ਕਰਦਾ ਹੈਗਾ ਹੈ ਨਾ। ਬਿਲਕੁਲ ਸਟਰਗਲ ਤਾਂ ਹਾਰਡ ਵਰਕ ਇਹਦੇ ਵਿੱਚ ਡੈਫੀਨਿਟਲੀ ਹੈਗੀ ਆ, ਬਟ ਕੱਲੀ ਮੈਨੂੰ ਲੱਗਦਾ ਇਸ ਪ੍ਰੋਫੈਸ਼ਨ 'ਚ ਇਹ ਕੱਲੀ ਚੀਜ਼ ਨਹੀਂ ਚਾਹੀਦੀ, ਇਹਦੇ ਵਿੱਚ ਪੈਸਾ ਵੀ ਲਾਈਕ ਦੇਖੋ ਵੀ ਬਹੁਤ ਲੱਗਦਾ ਹੈ ਨਾ, ਪੈਸਾ ਵੀ ਚਾਹੀਦਾ। ਫਿਰ ਪੈਸਾ ਵੀ ਹੈਗਾ ਤੁਹਾਡੇ ਕੋਲੇ, ਤੁਸੀਂ ਲਾਇਸੈਂਸ ਵੀ ਲੈ ਲਿਆ। ਸਪੋਜ਼ ਲੱਕ ਮੈਂ ਤਾਂ ਕਹਿੰਦਾ ਮਤਲਬ ਇਹ ਕਿ ਜਿਵੇਂ ਜੌਬਸ ਨਹੀਂ ਨਿਕਲੀਆਂ ਹੈ ਨਾ, ਤੁਸੀਂ 2 ਸਾਲ ਬੈਠੇ ਹੋ, ਤੁਹਾਡਾ ਲੱਕ ਹੈ, ਅਗਰ ਤੁਸੀਂ ਲਾਇਸੈਂਸ ਲੈ ਕੇ ਹਟੇ ਤਾਂ ਜੌਬਸ ਨਿਕਲ ਗਈਆਂ ਤਾਂ ਤੁਹਾਨੂੰ ਨਾਲ ਦੀ ਨਾਲ ਜੌਬ ਮਿਲ ਜੂਗੀ। ਜਿਵੇਂ ਹੁਣ ਮੈਂ ਆਦੀ ਲੱਕ ਦੀ ਗੱਲ ਕਰਾਂ, ਮੇਰਾ 1.5 ਸਾਲ ਦੀ ਟ੍ਰੇਨਿੰਗ, ਮਤਲਬ 1.5 ਮਹੀਨੇ ਦੀ ਟ੍ਰੇਨਿੰਗ ਰਹਿ ਗਈ ਸੀਗੀ, ਪਰ ਲੋਕਡਾਊਨ ਲੱਗ ਗਿਆ ਤਾਂ ਦੇਖੋ 2 ਸਾਲ ਦਾ ਮੇਰਾ ਜਿਹੜਾ ਟਾਈਮ ਸੀਗਾ ਉਹ ਵੇਸਟ ਹੋ ਗਿਆ। ਸੋ ਇਹਦੇ ਵਿੱਚ ਥੋੜ੍ਹਾ ਜਿਹਾ ਲੱਕ ਵੀ ਮੈਟਰ ਕਰਦਾ ਹੈਗਾ। ਲਾਇਸੈਂਸ ਦਾ ਜਿਹੜਾ ਹੁੰਦਾ ਇਹਦਾ ਕੋਈ ਟਾਈਮ ਪੀਰੀਅਡ ਹੁੰਦਾ ਜਾਂ ਕੀ? ਹਾਂਜੀ, ਲਾਇਸੈਂਸ ਦਾ ਬੇਸਿਕਲੀ ਜਿਹੜਾ CPL ਹੁੰਦਾ ਹੈਗਾ 5 ਇਅਰਸ ਲਈ ਵੈਲਿਡ ਹੁੰਦਾ ਹੈਗਾ, ਉਸ ਤੋਂ ਰਿਨਿਊ ਹੁੰਦਾ ਜਾਂਦਾ ਹੈਗਾ। ਅਗਰ ਤੁਸੀਂ, ਮੈਂ ਤਾਂ ਹੁਣ ਜਿਵੇਂ ਕੰਟੀਨਿਊ ਫਲਾਈ ਕਰ ਰਹੀ ਹਾਂ ਤਾਂ ਕੰਪਨੀ ਖੁਦ ਰਿਨਿਊ ਕਰਵਾ ਕੇ ਦਿੰਦੀ ਆ। ਅਦਰਵਾਈਜ਼ ਅਗਰ ਤੁਹਾਨੂੰ ਮੰਨ ਲਓ ਕਈ ਵਾਰੀ ਜੌਬ ਨਹੀਂ ਮਿਲਦੀ ਐਂਡ ਉਹ ਐਕਸਪਾਇਰ ਹੋਣ ਵਾਲਾ ਹੁੰਦਾ ਤਾਂ ਤੁਹਾਨੂੰ ਥੋੜ੍ਹੇ ਘੰਟੇ ਫਲਾਈ ਦੁਬਾਰਾ ਤੋਂ ਕਰਨੇ ਪੈਂਦੇ, ਤਾਂ ਰਿਨਿਊ ਕਰਵਾਉਣਾ ਪੈਂਦਾ। ਜਦੋਂ ਡਰੈਸ ਜਦੋਂ ਹੁੰਦੀ ਹੈ ਨਾ, ਪਹਿਨੀ ਹੁੰਦੀ ਹੈ, ਉਦੋਂ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਮਹਿਸੂਸ ਜਦੋਂ ਅਸੀਂ ਏਅਰਕ੍ਰਾਫਟ 'ਚ ਜਾਂਦੇ ਹਾਂ ਨਾ, ਪਰਸੈਂਟੇਜ ਨੋਟ ਕਰਦੇ ਆ ਤੁਹਾਨੂੰ ਹੈ ਨਾ, ਉਹ ਚੀਜ਼ ਤੁਹਾਨੂੰ ਲੱਗਦਾ ਕਿ ਹਾਂ ਵੀ ਮਤਲਬ ਵੀ ਜੋ ਨੋਟ ਕੀਤਾ ਜਾਂਦਾ, ਤੁਸੀਂ ਜਾਣਦੇ ਹੋ ਤੁਰਦੇ ਹੋ ਨਾ ਯੂਨੀਫਾਰਮ ਪਹਿਨ ਕੇ, ਉਹ 'ਚ ਬੜੀ ਪ੍ਰਾਊਡ ਫੀਲ ਤਾਂ ਹੁੰਦੀ ਹੈ ਵੀ ਦੇਖੋ ਤੁਹਾਨੂੰ ਸਾਰਿਆਂ ਨੇ ਦੇਖ ਰਹੇ ਨੇ, ਨੋਟ ਕਰ ਰਹੇ ਨੇ, ਕਿ ਵੀ ਤਾਂ ਟਰਾਈ ਵੀ ਕਰਦੇ ਵੀ ਫੋਟੋ ਲੈ ਲਈਏ। ਸੋ ਹੋਇਆ ਮੌਕੇ ਆਏ? ਹਾਂਜੀ, ਮੇਰੀ ਐਕਚੁਅਲੀ ਫਾਈਨਲ ਜਿਹੜਾ ਮੈਂ ਤੁਹਾਨੂੰ ਦੱਸਿਆ 19 ਜੁਲਾਈ ਨੂੰ ਮੇਰਾ ਜਿਹੜਾ ਫਾਈਨਲ ਰੂਟ ਚੈੱਕ ਸੀਗਾ, ਉੱਥੇ ਇੱਕ ਮੇਰੀ ਮਤਲਬ ਮਦਰ ਦੀ ਏਜ ਦੀ ਇੱਕ ਸੀਗੀ ਲੇਡੀ, ਉਹ ਆਏ ਸੀਗੇ, ਉਹ ਕਹਿੰਦੇ ਕਿ ਮੈਨੂੰ ਬੜਾ ਡਰ ਲੱਗਦਾ ਹੈਗਾ, ਤਾਂ ਲੈਂਡਿੰਗ ਬੜੀ ਸਮੂਥ ਹੋਈ, ਸੋ ਮੈਂ ਫੋਟੋ ਲੈਣੀ ਤੁਹਾਡੇ ਨਾਲ। ਸੋ ਫਿਰ ਉਹ ਕੈਪਟਨ ਕਹਿੰਦੇ ਕਿ ਤੂੰ ਲੈਂਡ ਕੀਤਾ ਹੈਗਾ, ਤੂੰ ਜਾ ਕੇ ਇਹਨਾਂ ਨਾਲ ਫੋਟੋ ਖਿਚਾ ਕੇ ਆ। ਸੋ ਮਤਲਬ ਮੇਰੀ ਫਰਸਟ ਫਲਾਈਟ ਜਿਹੜੇ ਫਾਈਨਲ ਰੂਟ ਚੈੱਕ ਦੀ ਸੀਗੀ ਐਂਡ ਉੱਥੇ ਪੈਸੇਂਜਰਸ ਦੇ ਨਾਲ ਮੈਂ ਫੋਟੋ ਖਿਚਾਈ, ਤਾਂ ਓਬਵੀਅਸਲੀ ਬਹੁਤ ਵਧੀਆ ਲੱਗਿਆ। ਉਹ ਜਿਹੜਾ ਪਲ ਹੁੰਦੇ ਨਾ ਉਹ ਸਭ ਤੋਂ ਅਲੱਗ ਹੁੰਦੇ ਆ। ਉਦੋਂ ਪੈਸਾ ਲੱਗਿਆ ਹੋਵੇ ਉਹ ਹਰੇਕ ਚੀਜ਼ ਜਿਹੜੀ ਭੁੱਲ ਜਾਂਦੀ ਹੈ, ਜਦੋਂ ਤੁਹਾਡੇ ਤੇ ਵਿਸ਼ਵਾਸ ਕਰਦੇ ਤੇ ਆਪਣੇ ਆਪ ਨੂੰ ਜਿਹੜਾ ਇੱਕ ਬੜਾ ਮਾਣ ਹੁੰਦਾ ਹੈ। ਹਾਂਜੀ, ਇਹ ਤਾਂ ਡੈਫੀਨਿਟਲੀ ਸਹੀ ਗੱਲ ਕਹੀ ਆ। ਲੜਕੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਹੈਗੀਆਂ, ਕੋਈ ਮੈਸੇਜ ਤੁਹਾਡੇ ਵੱਲੋਂ ਕਿ ਇਸ ਤਰ੍ਹਾਂ ਦਾ ਕਿ ਮਤਲਬ ਆਪਣੇ ਆਪ ਨੂੰ ਮਤਲਬ ਜੌਬ 'ਚ ਜਾਣ ਵਾਸਤੇ ਮਤਲਬ ਸਟਰਗਲ ਬਹੁਤ ਹੁੰਦਾ ਹਰੇਕ ਫੀਲਡ ਦੇ ਵਿੱਚ ਹੈ, ਲੇਕਿਨ ਚਲੋ ਉਹੀ ਗੱਲ ਆ ਜਾਂਦੀ ਹੈ ਕਿ ਲੱਕ ਜਿਹੜਾ ਬੜਾ ਕੰਮ ਕਰਦਾ ਹੈਗਾ, ਲੇਕਿਨ ਕੁਝ ਨਿਰਾਸ਼ ਹੋ ਜਾਂਦੀ ਹੈ ਨਾ, ਬੜੇ ਗਲਤ ਜਿਹੜੇ ਸਟੈਪ ਚੱਕਦੀਆਂ ਹੈਗੀਆਂ, ਸੁਸਾਈਡ ਹੈ ਨਾ, ਉਹਦੇ ਨਾਲ ਪੂਰੇ ਪਰਿਵਾਰ ਜਿਹੜੇ ਤਬਾਹ ਹੋ ਜਾਂਦੇ। ਦੇਖੋ ਜੀ, ਐਕਚੁਅਲੀ ਕੀ ਹੁੰਦਾ ਕਿ ਥੋੜ੍ਹੇ ਕਈ ਵਾਰ ਕਿਸੇ ਚੀਜ਼ ਅਚੀਵ ਕਰਨ 'ਚ ਟਾਈਮ ਲੱਗ ਜਾਂਦਾ ਹੈਗਾ ਹੈ ਨਾ। ਅਗਰ ਮੈਂ ਕਹਾਂ ਵੀ ਮੈਨੂੰ ਵੀ ਇਸ ਅਚੀਵ ਕਰਨ 'ਚ ਕਾਫੀ ਟਾਈਮ ਲੱਗਿਆ, ਕਿਤੇ ਨਾ ਕਿਤੇ ਨੌਲੇਜ ਘੱਟ ਹੋਣ ਕਰਕੇ ਵੀ, ਅਵੇਅਰਨੈਸ ਕਰਕੇ ਮੈਂ ਥੋੜ੍ਹਾ ਆਪਣਾ ਟਾਈਮ ਵੇਸਟ ਕੀਤਾ ਹੈ ਨਾ। ਫਿਰ ਲੋਕਡਾਊਨ ਹੋ ਗਿਆ, ਇਹਨਾਂ ਚੀਜ਼ਾਂ ਕਰਕੇ ਕਿਤੇ ਨਾ ਕਿਤੇ ਤੁਸੀਂ ਡੀਮੋਟੀਵੇਟ ਹੋ ਜਾਂਦੇ ਹੋ ਕਿ ਅੱਜ ਮੈਂ ਸ਼ਾਇਦ ਹੋਰ ਅੱਗੇ ਪਹੁੰਚ ਜਾਂਦੀ। ਕਈ ਵਾਰ ਤੁਹਾਨੂੰ ਕੋਈ ਚੀਜ਼ ਲੇਟ ਮਿਲਦੀ ਆ। ਸੋ ਮੈਂ ਇਹ ਕਹਿਣਾ ਕਿ ਗਿਵਨ ਅਪ
ਵਾਲਾ ਐਟੀਟਿਊਡ ਨਹੀਂ ਹੋਣਾ ਚਾਹੀਦਾ। ਥੋੜਾ ਰੱਬ ਤੇ ਭਰੋਸਾ ਰੱਖੋ ਐਂਡ ਜਿਹੜੀ ਮਿਹਨਤ ਹੁੰਦੀ ਹੈ ਤੁਸੀਂ ਆਪਦੇ ਦਿਲ ਲਾ ਕੇ ਪੂਰੀ ਲਗਨ ਲਾ ਕੇ ਮਿਹਨਤ ਕਰੋ। ਤੁਹਾਡੀ ਮਿਹਨਤ ਜਿਹੜੀ ਪੂਰੀ ਹੋਨੈਸਟ ਵਾਲੀ ਮਿਹਨਤ ਹੋਣੀ ਚਾਹੀਦੀ। ਇੱਕ ਹੁੰਦੀ ਕਿ ਆਪਾਂ ਜਸਟ ਦਿਖਾ ਰਹੇ ਕਿ ਮਿਹਨਤ ਕਰ ਰਹੇ ਹਾਂ, ਉਹ ਨਹੀਂ। ਤੁਸੀਂ ਆਪ ਸੱਚੇ ਦਿਲੋਂ ਮਿਹਨਤ ਕੀਤੀ ਆ, ਉਸ ਚੀਜ਼ ਦਾ ਫਲ ਤੁਹਾਨੂੰ ਜ਼ਰੂਰ ਮਿਲੂਗਾ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਮਤਲਬ ਜਿਹੜਾ ਹਵਾਈ ਜਹਾਜ਼ ਦਾ ਸਫ਼ਰ ਹੁੰਦਾ ਪੂਰੀ ਤਰ੍ਹਾਂ ਜਿਹੜਾ ਸੇਫ ਹੁੰਦਾ। ਹਾਂਜੀ ਹਾਂਜੀ, ਲਾਈਕ ਕੰਪਨੀ ਬਹੁਤ ਤਿਆਰੀ ਕਰਵਾਉਂਦੀ ਹੈ ਇਸ ਚੀਜ਼ ਲਈ, ਬਹੁਤ ਸਟੱਡੀ ਵੀ ਹੁੰਦੀ ਆ ਓਬਵੀਅਸਲੀ। ਪੈਸੇਂਜਰਸ ਲਈ ਨਹੀਂ, ਹਰ ਕੋਈ ਜਿਹੜੇ ਕੈਪਟਨਸ ਹੁੰਦੇ ਜਾਂ ਫਸਟ ਆਫਿਸਰ ਦਾ ਪੂਰਾ ਪੜ੍ਹ ਕੇ ਜਾਂਦੇ ਕਿ ਸਾਡੀ ਵੀ ਲਾਈਫ ਫਿਰ ਸਾਡੇ ਹੱਥ ਦੇ ਵਿੱਚ ਹੀ ਆ। ਲਵਪ੍ਰੀਤ ਦੇ ਫਾਦਰ ਸਾਹਿਬ ਕੁਲਵੀਰ ਜੀ ਸਾਡੇ ਨਾਲ ਆ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦੀ ਬੇਟੀ ਨੇ ਐਜ਼ ਅ ਪਾਇਲਟ ਜਦੋਂ ਜੁਆਇਨ ਕੀਤਾ ਤੇ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਆ। ਬਾਈ ਜੀ ਕਿਵੇਂ ਦੀ ਖੁਸ਼ੀ ਕਿਵੇਂ ਜ਼ਾਹਰ ਕਰਦੇ ਹੋ ਕਿ ਜਿਹੜੀ ਬੇਟੀ ਜਿਹੜੀ ਹੈਗੀ ਪਾਇਲਟ ਬਣੀ? ਜਿੱਦੇ ਨੂੰ ਜੋਬ ਮਿਲੀ ਹੈ ਜੀ, ਸਾਨੂੰ ਤਾਂ ਉਦੋਂ ਦੀ ਖੁਸ਼ੀ ਹੈ ਜੀ ਜਦੋਂ ਜੋਬ ਮਿਲ ਗਈ ਹੈ। ਤੇ ਹੁਣ ਸਾਰਾ ਪਿੰਡ ਹੀ ਕਰਦਾ, ਪਿੰਡ ਖੁਸ਼ ਹੈ ਜੀ, ਸਾਡਾ ਇਲਾਕਾ ਵੀ ਖੁਸ਼ ਹੈ ਜੀ। ਸਾਰਾ ਕੱਲ 2 MLA ਸਾਹਿਬ ਆਏ ਸੀ ਖੁਸ਼ੀ 'ਚ, ਉਹਨਾਂ ਨੇ ਵੀ ਖੁਸ਼ੀ ਮਨਾਈ ਵੀ ਸਾਡੇ ਪਿੰਡਾਂ 'ਚੋਂ ਨਿਕਲ ਕੇ ਇੱਕ ਲੜਕੀ ਪਾਇਲਟ ਬਣੀ ਹੈ ਜੀ। ਕਹਿੰਦੇ ਲਵਪ੍ਰੀਤ ਨਾਲ ਗੱਲ ਹੋਈ ਸੀ ਕਿ ਕਹਿੰਦੇ ਇਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹਨਾਂ ਦਾ ਬੜਾ ਮੋਹ ਸੀਗਾ ਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਮੇਰੀ ਜਿਹੜੀ ਪੋਤੀ ਉਹ ਜਿਹੜੀ ਜਹਾਜ਼ ਉਡਾਊਗੀ। ਹਾਂ, ਮੇਰੇ ਫਾਦਰ ਸਾਹਿਬ ਲਵਪ੍ਰੀਤ ਨਾਲ ਬੜਾ ਪਿਆਰ ਕਰਦੇ ਸੀ। ਉਹ ਜੋ ਕਹਿੰਦਾ ਸੀ ਲਵਪ੍ਰੀਤ ਨੂੰ ਨਾ ਤਾਂ ਸਾਨੂੰ ਲੜਨ ਦਿੰਦਾ ਸੀ ਨਾ ਝਿੜਕਣ ਦਿੰਦਾ ਸੀ, ਉਹਨੂੰ ਵੱਧ ਪਿਆਰ ਕਰਦਾ ਸੀ। ਕਹਿੰਦਾ ਜੋ ਕੁਝ ਲਵਪ੍ਰੀਤ ਕਹੂ ਬਣਨਾ ਚਾਹੇ, ਹਾਂ ਉਹ ਬਣਾਉਣਾ ਆਪਾਂ ਇਹਨੂੰ। ਲੱਗਦਾ ਨਹੀਂ ਕਿ ਲਵਪ੍ਰੀਤ ਨੇ ਜਿਹੜਾ ਉਹਨਾਂ ਦਾ ਜਿਹੜਾ ਸੁਪਨਾ ਸੀਗਾ ਉਹਨੂੰ ਪੂਰਾ? ਹਾਂਜੀ ਬਿਲਕੁਲ, ਉਹਦਾ ਸੁਪਨਾ ਪੂਰਾ ਕੀਤਾ। ਪਿਛਲੇ ਸਾਲ ਜੂਨ 'ਚ ਉਹਦੀ ਡੈਥ ਹੋ ਗਈ ਪਿਤਾ ਜੀ ਦੀ, ਤੇ ਉਹ ਤਾਂ ਬਹੁਤ ਚਾਅ ਸੀ ਉਹ ਬੰਦਾ ਜੀ ਵੀ ਮੇਰੀ ਪੋਤੀ ਪਾਇਲਟ ਬਣੀ ਹੈ ਜੀ। ਜਦੋਂ ਕੋਈ ਰਿਸ਼ਤੇਦਾਰ ਆਉਂਦੇ ਇਹ ਆਈ ਹੁੰਦੀ ਉਦੋਂ ਕਹਿੰਦੇ ਕੁੜੀ ਜਹਾਜ਼ ਚਲਾ ਲੈਂਦੀ ਹੈ ਜੀ। ਲੱਗਦਾ ਹੁਣ ਜਦੋਂ ਲੋਕ ਆਉਂਦੇ ਵਧਾਈਆਂ ਦਿੰਦੇ ਆ ਤਾਂ ਖੁਸ਼ੀ ਹੁੰਦੀ ਹੈ। ਹਾਂ, ਸਾਨੂੰ ਖੁਸ਼ੀ ਹੁੰਦੀ ਵੀ ਸਾਡੀ ਲੜਕੀ ਕੋਈ ਚੀਜ਼ ਬਣੀ ਹੈ, ਕੁਝ ਬਣੀ ਹੈ ਜੀ। ਹਾਂਜੀ, ਇੱਕ ਪਿੰਡ 'ਚੋਂ ਉੱਠ ਕੇ ਜੀ ਪਾਇਲਟ ਬਣਨਾ ਬੜਾ ਔਖਾ ਹੁੰਦਾ ਕਿੱਤਾ ਜਿਹੜਾ ਆਪਣਾ ਖੇਤੀ ਧੰਦਾ ਜਿਹੜਾ ਹੈਗਾ ਨਾ, ਖੇਤੀ ਦਾ ਹੈਗਾ, ਕਿਸਾਨ ਪਰਿਵਾਰ ਤੋਂ ਹੈ ਤੇ ਮਤਲਬ ਬੱਚਿਆਂ ਨੂੰ ਜਿਹੜਾ ਜਦੋਂ ਇਸ ਤਰ੍ਹਾਂ ਦੀ ਜਿਹੜੀ ਖੁਸ਼ੀ ਹੈ ਜਾਂ ਫਿਰ ਉਹ ਜਿਹੜਾ ਮੁਕਾਮ ਹਾਸਲ ਕਰਦੇ ਹੈ ਤੇ ਉਦੋਂ ਲੱਗਦਾ ਕਿ ਜੇ ਆਪਾਂ ਮਿੱਟੀ ਨਾਲ ਮਿੱਟੀ ਹੋ ਰਹੇ ਹਾਂ ਤਾਂ ਉਹਦਾ ਸਹੀ ਜਿਹੜਾ ਆਪਾਂ ਨੂੰ ਵਿਆਜ ਜਿਹੜਾ ਆਪਾਂ ਪੂਰਾ ਮਿਲਿਆ ਹੈਗਾ। ਬਿਲਕੁਲ ਸਹੀ ਹੈ ਜੀ। ਹੁਣ ਜਦੋਂ ਇਹਨੇ ਆਪਦਾ ਲਗਨ ਨਾਲ ਪੜ੍ਹਾਈ ਕੀਤੀ, ਅਸੀਂ ਤਾਂ ਖਰਚਾ ਕਰਨ ਜੋਗਰੇ ਸੀ, ਪੜ੍ਹਨਾ ਹੀ ਨਹੀਂ ਸੀਗਾ ਜੀ। ਇਹ ਪੜ੍ਹੀ ਗਈ, ਅਸੀਂ ਖਰਚਾ ਕਰੀ ਗਏ ਤੇ ਇਹਨੂੰ ਫਿਰ ਜੋ ਜੋਬ ਮਿਲ ਗਈ ਸਾਨੂੰ ਖੁਸ਼ੀ ਮਹਿਸੂਸ ਹੋਈ ਹੈ ਜੀ ਬਹੁਤ। ਜੇ ਛੋਟੀ ਸੀ ਜਦੋਂ ਪੜ੍ਹਦੀ ਹੁੰਦੀ ਸੀ ਉਦੋਂ ਤਾਂ ਨਹੀਂ ਪਤਾ ਹੁੰਦਾ ਸੀ ਕਿ ਜਹਾਜ਼ ਨਹੀਂ ਜੀ, ਉਦੋਂ ਕਹਿੰਦੀ ਹੁੰਦੀ ਸੀ ਮੈਂ, ਉਦੋਂ ਪਾਇਲਟ ਤਾਂ ਜਾਣਦੇ ਨਹੀਂ, ਉਦੋਂ ਕਹਿੰਦੀ ਮੈਂ ਜਹਾਜ਼ ਚਲਾਇਆ ਕਰੂੰਗਾ, ਕਹਿੰਦੀ ਮੈਂ ਜਹਾਜ਼ ਚਲਾਇਆ ਕਰੂੰਗੀ ਜਹਾਜ਼। ਅਸੀਂ ਕਹਿੰਦੇ ਵੇਖੋ, ਹਾਂਜੀ 5-4 ਸਾਲਾਂ ਦੀ 7 ਸਾਲਾਂ ਦੀ ਹੋਊਗੀ ਜਦੋਂ ਆਂਦੇ ਜਹਾਜ਼ ਚਲਾਇਆ ਕਰੂੰਗੇ। ਅਸੀਂ ਕਿਹਾ ਚਲੋ ਜਦੋਂ ਹੋਊਗੀ 10-15 ਸਾਲ ਦੀ ਵੇਖੋ ਚਲਾਊ ਕਿ ਨਾ ਚਲਾਊ, ਪਰ ਉਹਨੇ ਆਪਦਾ ਸੁਪਨਾ ਸੱਚ ਕਰਕੇ ਦਿਖਾਤਾ ਜੀ। ਸੋ ਇਹ ਸੀ ਲਵਪ੍ਰੀਤ ਦੀ ਕਹਾਣੀ ਜੋ ਅੱਜ ਪਾਇਲਟ ਬਣੀ ਹੈ ਤੇ ਇੱਕ ਜਿਹੜਾ ਬੜਾ ਮਾਣ ਮਹਿਸੂਸ ਹੁੰਦਾ ਪੂਰੇ ਇਲਾਕੇ ਨੂੰ, ਪੰਜਾਬ ਨੂੰ ਕਿ ਇੱਕ ਧੀ ਜਿਹੜੀ ਹੈਗੀ ਇਸ ਮੁਕਾਮ ਤੇ ਪਹੁੰਚੀ ਹੈ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਕਮੈਂਟਸ ਕਰਕੇ ਜ਼ਰੂਰ ਦੱਸਿਆ ਜੇ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੇ ਜੇ। ਅਜਿਹੀਆਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।